ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਨਾਸਨ ਸੋਏ ਦੋਹਰਾ ਰਹਿਤ ਅਰਦਾਸ ਜੀ ਜਾਨੀਐ ਕਿਆ ਕਰ ਹੈ ਤਬ ਮੰਤ ਜਪ ਪ੍ਰਯੋਗ ਅਰ ਸਿੱਧਤਾ ਸਿੱਖ ਅਰਦਾਸ ਸਿੱਧ ਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਵਿਸ਼ੰਬਰ ਦਾਸ ਦਾ ਪੁੱਤਰ ਹਰਗੋਪਾਲ ਗੁਰੂ ਦਾ ਬਖਸ਼ਿਆ ਕਿਰਪਾ ਰੂਪੀ ਸ਼ਬਦ ਕਿਸੇ ਦੂਸਰੇ ਸਿੱਖ ਨੂੰ 605 ਰੁਪਈਆਂ ਵਿੱਚ ਵੇਚ ਗਿਆ ਹੈ। ਭਾਵੇਂ ਕਿ ਅੱਗੇ ਜਾ ਕੇ ਉਸਨੇ ਪੈਸਾ ਤਾਂ ਬਹੁਤ ਵਧਾ ਲਿਆ, ਪਰ ਉਸਦੇ ਪਿਤਾ ਨੇ ਦੱਸਿਆ ਕਿ ਪੁੱਤਰ ਇਹ ਗੁਰੂ ਦੇ ਬਚਨਾਂ ਦੀ ਬਰਕਤ ਹੁੰਦੀ ਹੈ ਤੇ ਹੁਣ ਆਪਣੇ ਘਰ ਵਿੱਚ ਬਰਕਤ ਨਹੀਂ ਰਹਿਣੀ, ਉਹ ਸਭ ਖਤਮ ਹੋ ਜਾਣੀ ਹੈ, ਉੱਡ ਜਾਣੀ ਹੈ ਥੋੜੇ ਦਿਨਾਂ ਵਿੱਚ। ਤੂੰ ਬਹੁਤ ਗਲਤ ਕੰਮ ਕੀਤਾ। 600 ਰੁਪਏ ਪਿੱਛੇ ਤੂੰ ਗੁਰੂ ਕਾ ਬਖਸ਼ਿਆ ਕਿਰਪਾ ਦਾ ਬਚਨ ਵੇਚ ਆਇਆ। ਤੇ ਕੁਝ ਦਿਨਾਂ ਦੇ ਬਾਅਦ ਵਾਕਿਆ ਹੀ ਉਹਨਾਂ ਦੇ ਘਰ ਜਿਹੜਾ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਫਿਰ ਉਸ ਦੇ ਪੁੱਤਰ ਨੂੰ ਖਿਆਲ ਆਇਆ, ਗਿਆਨ ਹੋਇਆ ਵੀ ਹਾਂ ਵਾਕਿਆ ਬਾਪੂ ਦੀ ਗੱਲ ਸਹੀ ਹੈ, ਇਹ ਗੁਪਤ ਚੀਜ਼ਾਂ ਹੁੰਦੀਆਂ। ਫਿਰ ਗੁਰੂ ਪਿਆਰੋ ਸਾਰਾ ਪਰਿਵਾਰ ਸਲਾਹ ਕਰਕੇ ਸਤਿਗੁਰਾਂ ਦੇ ਕੋਲ ਆਉਂਦਾ ਹੈ, ਮੈਂ ਬੇਨਤੀ ਕਰਦੇ ਆ, ਸਾਰੀ ਗੱਲ ਦੱਸਦੇ ਆ। ਪਿੱਛੇ ਆਪਾਂ ਸਰਵਣ ਕੀਤੀ, ਧਿਆਨ ਸਿੰਘ ਨੇ ਵੀ ਆ ਕੇ ਸਾਰੀ ਗੱਲ ਦੱਸੀ। ਹੁਣ ਉਸ ਦਾ ਪਿਤਾ ਵਿਸ਼ੰਬਰ ਦਾਸ ਕਹਿ ਰਿਹਾ, ਮਹਾਰਾਜ ਫਿਰ ਕਿਰਪਾ ਕਰੋ। ਬਾਬਾ ਜੀ ਕਹਿੰਦੇ ਕਿਰਪਾ ਤਾਂ ਇੱਕੋ ਵਾਰੀ ਹੋਇਆ ਕਰਦੀ ਆ, ਬਾਰ-ਬਾਰ ਐਸੀ ਕਿਰਪਾ ਨਹੀਂ ਹੋਇਆ ਕਰਦੀ, ਉਹ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਦੇ ਵਿੱਚ ਆ ਕੇ ਹੁੰਦੀ ਆ। ਹੁਣ ਤੁਸੀਂ ਅਰਦਾਸ ਕਰੋ, ਕੋਈ ਵੀ ਕੰਮ ਅੜ ਜਾਵੇ ਤੇ ਅਰਦਾਸ ਕਰਿਆ ਕਰੋ। ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਉਸ ਦੇ ਕੋਲ ਜਪਜੀ ਸਾਹਿਬ ਦਾ ਸੰਪੂਰਨ, ਆਨੰਦ ਸਾਹਿਬ ਜੀ ਦਾ ਸੰਪੂਰਨ 40-40 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰ ਦਿਆ ਕਰੋ, ਤੁਹਾਡਾ ਕੰਮ ਨਹੀਂ ਅੜੇਗਾ। ਤਾਂ ਵਿਸ਼ੰਬਰ ਦਾਸ ਕਹਿਣ ਲੱਗਿਆ, ਮਹਾਰਾਜ ਸਾਨੂੰ ਤਾਂ ਅਰਦਾਸ ਕਰਨ ਦਾ ਵੀ ਨਹੀਂ ਪਤਾ ਗਾ, ਸਾਡੇ ਦੱਖਣ ਦੇ ਇਲਾਕੇ ਵਿੱਚ ਬਹੁਤ ਸਿੱਖੀ ਘੱਟ ਹੈ, ਸਾਨੂੰ ਦੱਸੋ ਅਰਦਾਸ ਕਿਵੇਂ ਕਰਨੀ ਆ, ਸਤਿਗੁਰੂ ਕਿਵੇਂ ਦੱਸਦੇ ਆ, ਆਪਾਂ ਵੀ ਇਸ ਵਿਸ਼ੇ 'ਤੇ ਧਿਆਨ ਦਈਏ, ਆਪਣੇ ਵੀ ਕੰਮ ਦੀ ਗੱਲ ਹੈ। ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਤਾਂ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਅਰਦਾਸ ਕਰਨ ਦੇ ਢੰਗ ਦੱਸਦੇ ਹੈ। ਅਤੇ ਅੱਗੇ ਨਾ
ਕੁਝ ਸਾਖੀ ਕੁਝ ਕਥਾ ਜਿਹੜੀ ਹੈ ਅਰਦਾਸਾਂ ਦੇ ਵਿਸ਼ੇ 'ਤੇ ਹੀ ਹੈ। ਕਦੋਂ ਕਿਵੇਂ ਕਿਹੜੀ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ, ਆਓ ਇਸ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣ ਕਰ ਸ੍ਰੀ ਸਤਿਗੁਰ ਮੁਸਕਾਏ, ਵਧੇ ਸੰਪਦਾ ਤਥਾ ਬਤਾਏ। ਜਦੋਂ ਬਿਸ਼ੰਬਰ ਦਾਸ ਨੇ ਕਿਹਾ ਜੀ ਸਾਡੇ ਤਾਂ ਘਰ ਵਿੱਚੋਂ ਬਰਕਤ ਹੀ ਉੱਡ ਗਈ ਹੈ, ਬਰਕਤ ਵਾਕਿਆ ਗੁਰੂ ਦੀ ਕਿਰਪਾ ਨਾਲ ਹੀ ਰਹਿੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਗੁਰੂ ਪਿਆਰਿਓ, ਜੋਗੀਆਂ ਨੇ ਅਟੁੱਟ ਲੰਗਰ ਨੂੰ ਤੋੜਨਾ ਚਾਹਿਆ। ਗੋਰਖਨਾਥ ਦੇ ਚੇਲੇ ਆ ਕੇ ਲੰਗਰ 'ਚ ਬਹਿ ਗਏ, ਕਹਿੰਦੇ ਸਿੱਖਾਂ ਦਾ ਅਟੁੱਟ ਲੰਗਰ ਵਰਦਾ, ਅਸੀਂ ਹੁਣ ਉਸ ਨੂੰ ਕੱਟ ਮਾਰੇ ਆਉਣੇ ਆ, ਤੋੜੇ ਆਉਣੇ ਆ। ਰਿੱਧੀਆਂ ਸਿੱਧੀਆਂ ਨਾਲ ਖਾਈ ਗਏ, ਹਟਣੀ ਨਾ। ਭਾਈ ਦਇਆ ਸਿੰਘ ਹੋਰੀ ਵੀ ਸੋਚਣ ਲੱਗੇ ਵੀ ਇੰਨੀਆਂ ਰੋਟੀਆਂ ਪਾਉਂਦੇ ਕਿੱਥੇ ਨੇ ਇਹ। ਔਰ ਦਇਆ ਸਿੰਘ ਨੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਨੂੰ ਦੱਸਿਆ, ਪਾਤਸ਼ਾਹ ਇਹ ਕੰਨ ਪਾਟੇ ਆ ਕੇ ਕਦੋਂ ਦੇ ਬੈਠੇ ਆ ਲੰਗਰ ਦੇ ਵਿੱਚ ਤੇ ਰੋਟੀਆਂ ਖਾਈ ਜਾਂਦੇ ਆ। ਜਾਨੀ ਜਾਨ ਪਾਤਸ਼ਾਹ ਮੁਸਕਰਾਏ, ਹੱਸੇ, ਕਹਿੰਦੇ ਉਹਨੇ ਲਿਆ ਸ਼ਾਬਾ ਰੋਟੀਆਂ ਵਾਲਾ ਟੋਕਰੀ। ਦਇਆ ਸਿੰਘ ਟੋਕਰੀ ਕੋਲ ਲਿਆਇਆ ਪਾਤਸ਼ਾਹ ਦੇ, ਔਰ ਪਾਤਸ਼ਾਹ ਜੀ ਨੇ ਉਸ 'ਤੇ ਕਿਰਪਾ ਦ੍ਰਿਸ਼ਟੀ ਪਾਈ। ਕਹਿੰਦੇ ਜਾ ਇੱਕ ਇੱਕ ਹੋਰ ਦੇ ਕੇ ਆ ਇਹਨਾਂ ਨੂੰ। ਮੁੜ ਕੇ ਉਹ ਰੋਟੀ ਉਹਨਾਂ ਤੋਂ ਖਾਧੀ ਨਹੀਂ ਗਈ। ਕਹੋ ਸਤਨਾਮ। ਇਸ ਕਰਕੇ ਬਰਕਤ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਹੀ ਆ। ਤੇ ਕਹਿਣ ਲੱਗਿਆ ਜੀ ਹੁਣ ਸਾਨੂੰ ਘਾਟਾ ਪੈਣ ਲੱਗ ਪਿਆ, ਦੁਬਾਰਾ ਕਿਰਪਾ ਕਰੋ। ਪਾਤਸ਼ਾਹ ਹੱਸੇ, ਦੱਸਦੇ ਹੁਣ ਤੁਹਾਡੇ ਘਰ ਵਿੱਚ ਕਿਵੇਂ ਸੰਪਤੀ ਵੱਧ ਸਕਦੀ ਹੈ, ਕਿਵੇਂ ਬਰਕਤ ਪੈ ਸਕਦੀ ਹੈ, ਸੁਣ ਕਰੋ ਜੀ। ਦਰਸ਼ਨ ਕਰ ਕਰ ਜੈ ਹੋ ਜਬ ਹੋ, ਕਰੋ ਕਰਾਹਾ ਪ੍ਰਸਾਦ ਸੋ ਤਬ ਹੋ। ਜਦੋਂ ਵੀ ਸਾਡੇ ਕੋਲ ਆਇਆ ਕਰੋ ਨਾ, ਦਰਸ਼ਨ ਕਰਕੇ ਘਰੇ ਜਾ ਕੇ ਕੜਾ ਪ੍ਰਸ਼ਾਦ ਕਰਕੇ ਪਰਮੇਸ਼ਰ ਦਾ ਸ਼ੁਕਰੀਆ ਕਰਿਆ ਕਰੋ। ਉਪਰ ਚਾਦ ਵਸਤਰ ਕੋ ਦੀਜੈ, ਪਾਠ ਆਨੰਦ ਤੀਨ ਕਰ ਲੀਜੈ। ਔਰ ਕੜਾ ਪ੍ਰਸ਼ਾਦ ਤਿਆਰ ਕਰਕੇ ਉੱਪਰੋਂ ਕੱਪੜੇ ਨਾਲ ਢੱਕ ਕੇ ਉਹਦੇ ਕੋਲੇ ਆਨੰਦ ਸਾਹਿਬ ਦਾ ਪਾਠ ਕਰੋ ਜੀ। ਪ੍ਰਥਮ ਪੜੋ ਜਪ ਬੈਠੋ ਪਾਸ, ਸਤਿਗੁਰ ਹਿਤ ਦਿਓ ਪੰਜ ਗਿਰਾਸ। ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ 40 ਪੌੜੀਆਂ ਦਾ, ਫਿਰ ਆਨੰਦ ਸਾਹਿਬ ਦਾ 40 ਪੌੜੀਆਂ ਦਾ ਪਾਠ ਕਰਨਾ ਹੈ, ਔਰ ਫਿਰ ਅਰਦਾਸ ਕਰਨੀ ਹੈ। ਪੰਜ ਪਿਆਰਿਆਂ ਦਾ ਛਾਂਦਾ ਗਿਰਾਸ ਹੁੰਦਾ, ਬੁਰਕੀ ਭਾਵ ਹਿੱਸਾ। ਪੰਜ ਪਿਆਰਿਆਂ ਦਾ ਹਿੱਸਾ ਉਹਦੇ ਵਿੱਚੋਂ ਕੱਢ ਕੇ ਪੰਜਾਂ ਸਿੱਖਾਂ ਨੂੰ ਛਕਾਉਣਾ ਹੈ। ਪੰਜ ਸਿੰਘ ਕੋ ਕਰੋ ਅਚਾਵਨਾ, ਤਨ ਮਨ ਤੇ ਹੈ ਵਿਕੇਥਿਤ ਪਾਵਨ। ਔਰ ਇਹ ਸਾਰਾ ਕੰਮ ਪਵਿੱਤਰਤਾ ਨਾਲ ਕਰਨਾ ਚਾਹੀਦਾ। ਤਾਂ ਗੁਰੂ ਪਿਆਰਿਓ, ਤੁਸੀਂ ਪਿੰਡਾਂ ਦੇ ਵਿੱਚ ਦੇਖਦੇ ਹੋਵੋਗੇ ਜਦੋਂ ਅਖੰਡ ਪਾਠ ਚੱਲਦੇ ਆ ਘਰਾਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਤਾਂ ਜੋ ਡਿਊਟੀਆਂ ਕਰਦੇ ਸੀ ਦੇਖਦੇ ਸੀਗੇ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ, ਮਾਈਆਂ ਨੇ ਪਹਿਲਾਂ ਉਸ ਚੁੱਲ੍ਹੇ ਨੂੰ ਸਾਫ਼ ਕਰਕੇ ਖਾਲੀ ਕਰਕੇ ਪੀਲੀ ਮਿੱਟੀ ਨਾਲ ਪੋਚਾ ਲਾਉਣਾ, ਕੋਈ ਸਤਨਾਮ ਪਾਣੀ ਛਿੜਕਣਾ। ਇਹਨੂੰ ਕਹਿੰਦੇ ਸੁੱਚਤਾ। ਪਵਿੱਤਰਤਾ ਵੀ ਚਾਹੀਦੀ ਆ। ਸੱਚ ਸੁੱਚ ਹੋਵੇ ਤਾਂ ਸੱਚ ਪਾਈ ਹੈ, ਇਹ ਵੀ ਆਸਾ ਜੀ ਕੀ ਵਾਰ ਕੇ ਵਚਨ ਹੈ। ਸੁੱਚਤਾ ਵੀ ਚਾਹੀਦੀ ਹੈ, ਸੱਚ ਵੀ ਚਾਹੀਦਾ, ਬਾਣੀ ਵੀ ਚਾਹੀਦੀ ਆ, ਪਵਿੱਤਰਤਾ ਵੀ ਚਾਹੀਦੀ ਆ। ਸਤਿਅਮ ਸ਼ਿਵਮ ਸੁੰਦਰਮ, ਇਹ ਤਿੰਨ ਤਾਕਤਾਂ ਇਕੱਠੀਆਂ ਤਾਂ ਹੀ ਰਹਿੰਦੀਆਂ ਹਨ। ਜਿੱਥੇ ਸੱਚ ਹੈ ਉੱਥੇ ਸ਼ਕਤੀ ਹੈ। ਸਤਿਅਮ ਸੱਚ, ਸ਼ਿਵਮ ਉੱਥੇ ਸ਼ਕਤੀ ਹੈ, ਅਗਲੇ ਪਾਸੇ ਜਿੱਥੇ ਸੁੰਦਰਤਾ ਵੀ ਹੋਵੇ। ਆਹ ਸਾਰਾ ਕੁਛ ਫੁੱਲ ਪੌਦੇ ਲਾਉਣਾ, ਇਹ ਸਮਾਨ ਧਰਨਾ, ਸਾਰਾ ਇਹ ਸੁੰਦਰਤਾ ਦਾ ਹੀ ਮਕਸਦ ਹੈ। ਔਰ ਧੂਪ ਬੱਤੀ ਕਰਨਾ, ਇਹ ਸੈਂਟ ਛਿੜਕਣਾ ਆਦਿ, ਇਹ ਸਾਰੀਆਂ ਚੀਜ਼ਾਂ ਵਿੱਚ ਆਉਂਦੀਆਂ। ਸੱਚ ਅਤੇ ਸ਼ਕਤੀ ਉੱਥੇ ਪ੍ਰਗਟ ਹੁੰਦੀ ਹੈ, ਸ਼ਕਤੀ ਉੱਥੇ ਪ੍ਰਗਟ ਹੁੰਦੀ ਹੈ ਜਿੱਥੇ ਸੱਚ ਤੇ ਸੁੰਦਰਤਾ ਦੋਨੇ ਹੋਵੇ। ਖੈਰ, ਪਾਤਸ਼ਾਹ ਕਹਿ ਰਹੀ ਹੈ ਪਵਿੱਤਰਤਾ ਦੇ ਨਾਲ ਕੜਾਹ ਪ੍ਰਸ਼ਾਦ ਤਿਆਰ ਕਰੋ। ਉਸ ਦੇ ਕੋਲ ਪੂਰਾ ਜਪਜੀ ਸਾਹਿਬ ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਅਰਦਾਸ ਕਰੋ। ਪੰਜਾਂ ਸਿੱਖਾਂ ਦਾ ਹਿੱਸਾ ਕੱਢ ਕੇ, ਜੇ ਕੋਲ 5 ਸਿੱਖ ਹੈ ਤਾਂ ਉਹਨਾਂ ਨੂੰ ਛਕਾਉਣਾ ਕਰੋ ਜੀ। ਰਹਿਤ ਅਰਦਾਸ ਭੀਵ ਜੋ ਜਾਣੇ, ਕਿਆ ਕਰ ਹੈ ਤਬ ਮੰਤਰ ਮਹਾਨੈ। ਜਿਸ ਦੇ ਕੋਲ ਅਰਦਾਸ ਦੀ ਜਾਣਕਾਰੀ ਹੈ, ਅਰਦਾਸ ਦੀ ਰਹਿਤ ਮਰਜ਼ਾਦਾ ਨੂੰ ਜਾਣਦਾ, ਜਿਹੜਾ ਅਰਦਾਸ ਕਿਵੇਂ ਕਰਨੀ ਆ, ਉੱਥੇ ਦੁਨੀਆ ਭਰ ਦਾ ਕੋਈ ਵੀ ਮੰਤਰ ਨਹੀਂ ਚੱਲਦਾ ਜੀ। ਰਹਿਤ ਅਰਦਾਸ ਜੀ ਜਾਣੀਏ, ਕਿਆ ਕਰ ਹੈ ਤਬ ਮੰਤ। ਜੇ ਸਾਨੂੰ ਅਰਦਾਸ ਕਰਨ ਦਾ ਢੰਗ ਆ ਜਾਵੇ, ਵੈਸੇ ਤਾਂ ਸਾਰੀ ਝੁਕਦੇ ਆ, ਤੇ ਆਸਾ ਦੀ ਵਾਰ ਵਿੱਚ ਕਹਿੰਦੇ ਝੁਕਣ ਨੂੰ ਤਾਂ
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ। ਸ਼ਿਕਾਰੀ ਤਾਂ ਬਹੁਤ ਜ਼ਿਆਦਾ ਝੁਕਦਾ, ਫਿਰ ਉਹ ਤਾਂ ਮਿਰਗ ਨੂੰ ਮਾਰਨ ਦਾ ਖਿਆਲ ਕਰੀ ਬੈਠਾ। ਜਦੋਂ ਤੀਰ ਕਮਾਨ ਖਿੱਚਦਾ ਜਾਂ ਗੋਲੀ ਛੱਡਦਾ, ਕੋਈ ਸਤਨਾਮ ਉਹ ਝੁੱਕ ਕੇ ਛੱਡਦਾ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ। ਸੀਸ ਨਿਵਾਇਆ ਕਿਆ ਥੀਆ, ਜਾਂ ਹਿਰਦੈ ਕੁਸੁਧੈ ਜਾਏ। ਜਾਂ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ, ਫਿਰ ਝੁਕਣ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਅਰਦਾਸ ਕਰਨ ਦਾ ਵੀ ਢੰਗ ਹੈ। ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਜਿਹਦੇ ਕੋਲੇ ਅਰਦਾਸ ਦੀ ਸ਼ਕਤੀ ਹੈ ਨਾ, ਅਰਦਾਸ ਦੀ ਬੇਅੰਤ ਸ਼ਕਤੀ ਹੈ। ਗੁਰੂ ਪਿਆਰਿਓ, ਕਮਾਲ ਦੀ ਗੱਲ ਹੈ। ਮੇਰੇ ਯਾਦ ਆ ਗਈ, ਕਹਿੰਦੇ ਮੁਗਲਾਂ ਨੇ ਇੱਕ ਵਾਰੀ ਕੁਝ ਭੰਡਾਂ ਨੂੰ ਸੱਦਿਆ, ਮਰਾਸੀਆਂ ਨੂੰ ਸੱਦਿਆ, ਜਿਹੜੇ ਨਾਟਕ ਚੇਟਕ ਕਰਦੇ ਆ, ਬਣਾ ਕੇ ਸਾਨੂੰ ਦਿਖਾਉਂਦੇ ਆ ਨਾਟਕ। ਕਹਿੰਦੇ ਯਾਰ ਇਹ ਸਿੰਘ ਰਾਤ ਨੂੰ ਹਮਲਾ ਕਰਦੇ ਆ ਜਿਹੜੇ, ਕਿਵੇਂ ਕਰਦੇ ਆ, ਇਹਨਾਂ ਦਾ ਕੀ ਹਿਸਾਬ ਕਿਤਾਬ ਹੈ, ਸਾਨੂੰ ਦੱਸਣਾ ਕਰੋ। ਤਾਂ ਗੁਰੂ ਪਿਆਰੋ, ਉਹਨਾਂ ਬਹੁ ਰੂਪੀਆਂ ਨੇ, ਮਰਾਸੀਆਂ ਨੇ, ਭੰਡਾਂ ਨੇ ਰਲ ਕੇ ਇੱਕ ਜਥਾ ਬਣਾ ਲਿਆ। ਔਰ ਇੱਕ ਜਥੇ ਦੇ ਵਿੱਚ ਉਹਨਾਂ ਨੇ ਨਿਹੰਗ ਸਿੰਘਾਂ ਦਾ ਰੂਪ ਧਾਰਿਆ। ਨਿਹੰਗਾਂ ਵਾਲੇ ਬਾਣੇ ਪਾਲੇ। ਹੁਣ ਸ਼ਸਤਰ ਵੀ ਲੈਣੇ ਸੀ, ਵੀ ਕਿਵੇਂ ਹਮਲਾ ਕਰਦੇ ਆ, ਦੱਸਣਾ ਉਹਨਾਂ ਨੂੰ, ਤੁਰਕਾਂ ਨੂੰ। ਔਰ ਸ਼ਸਤਰ ਵੀ ਸਾਰਿਆਂ ਕੋਲੇ ਹੈ, ਤਲਵਾਰਾਂ ਹਨ, ਵਰਸ਼ੇ ਨੇਜੇ ਹਨ। ਭਾਵ ਉਹੀ ਰੂਪ ਧਾਰਿਆ ਜੋ ਸਿੰਘ ਜੰਗਲਾਂ ਵਿੱਚ ਰਹਿੰਗੇ ਹੋਏ ਧਾਰਦੇ ਸਨ। ਕੋਈ ਆਟਾ ਗੁੰਨ ਰਿਹਾ, ਕੋਈ ਰੋਟੀਆਂ ਪਕਾ ਰਿਹਾ। ਔਰ ਗੁਰੂ ਪਿਆਰਿਓ, ਇੱਧਰੋਂ ਫਿਰ ਤੁਰਕਾਂ ਨੂੰ ਕਿਹਾ ਵੀ ਤੁਸੀਂ ਆਪਣਾ ਇੱਕ ਜਥਾ ਭੇਜੋ ਸਾਡੇ ਚੜ੍ਹਾਈ ਕਰਕੇ, ਫਿਰ ਤੁਹਾਨੂੰ ਦੱਸਾਂਗੇ ਵੀ ਉਹ ਕਿਵੇਂ ਹਮਲਾ ਕਰਦੇ ਆ। ਕਹਿਣ ਲੱਗੇ ਠੀਕ ਆ। ਇੱਧਰੋਂ ਇਹਨਾਂ ਤੁਰਕਾਂ ਨੇ ਆਪਦਾ ਇੱਕ ਜਥਾ ਬਣਾਇਆ 100 ਕੁ ਸਿਪਾਹੀ ਦਾ, ਇੱਧਰੋਂ ਉਹਨਾਂ ਨੇ। ਤੇ ਗੁਰੂ ਪਿਆਰਿਓ, ਜਦੋਂ ਇਹਨਾਂ ਭੰਡਾਂ ਨੂੰ, ਬਹੁ ਰੂਪੀਆਂ ਨੂੰ ਪਤਾ ਲੱਗਿਆ ਵੀ ਸਾਡੇ ਤੇ ਮੁਗਲ ਚੜ੍ਹ ਕੇ ਆ ਰਹੇ ਆ, ਮਤਲਬ ਸੀ ਤਾਂ ਇੱਕ ਨਾਟਕ ਬਣਾਇਆ ਉਹਨਾਂ ਨੇ ਵੀ ਮੁਗਲ ਚੜ੍ਹ ਕੇ ਆ ਰਹੇ ਹਨ ਤੇ ਉਹਨਾਂ ਨਾਲ ਅਸੀਂ ਮੁਕਾਬਲਾ ਕਰਨਾ ਹੈ। ਤੇ ਇਹਨਾਂ ਨੇ ਅਰਦਾਸਾ ਕੀਤਾ। ਅਰਦਾਸ ਕਰਕੇ ਤੇ ਜਕਾਰਾ ਛੱਡ ਕੇ ਤੇ ਉਹਨਾਂ ਦੇ ਵੱਲ ਚੱਲ ਪਏ। ਹੁਣ ਉਹ ਤਾਂ ਸਿੱਖ ਨਹੀਂ ਆਏ ਸੀ ਕਿਵੇਂ ਚਲਾਉਂਦੇ ਆ, ਪਰ ਇਹਨਾਂ ਨੇ ਸ਼ਸਤਰ ਸਿੱਧੇ ਹੀ ਚਲਾ ਦਿੱਤੇ। ਕੋ ਸਤਨਾਮ। ਔਰ ਲਗਭਗ 100-150 ਤੁਰਕ ਵੱਢ ਕੇ ਸਿੱਟਤਾ। ਮਸਾਂ ਉਹਨਾਂ ਨੂੰ ਰੋਕਿਆ, ਉਹ ਰੋਕੋ ਰੋਕੋ, ਇਹ ਕੀ ਕਰਦੇ ਹੋ, ਇਹ ਨਾਟਕ ਸੀਗਾ। ਕਹਿੰਦੇ ਅਰਦਾਸ ਤੋਂ ਪਹਿਲਾਂ ਨਾਟਕ ਸੀਗਾ, ਅਰਦਾਸ ਤੋਂ ਬਾਅਦ ਇਹ ਨਾਟਕ ਨਹੀਂ ਰਿਹਾ। ਕੋ ਸਤਨਾਮ। ਸਾਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਵੀ ਉਦੋਂ ਬਾਅਦ ਕੀ ਹੋ ਗਿਆ। ਅਰਦਾਸ ਤੋਂ ਪਹਿਲਾਂ ਸਾਨੂੰ ਪਤਾ ਸੀ ਵੀ ਨਾਟਕ ਕਰਕੇ ਦਿਖਾਉਣਾ ਵੀ ਸਿੰਘ ਕਿਵੇਂ ਹਮਲਾ ਕਰਦੇ ਆ, ਕਿਵੇਂ ਰਹਿੰਦੇ ਜੰਗਲਾਂ 'ਚ। ਪਰ ਜਦੋਂ ਅਸੀਂ ਅਰਦਾਸ ਕਰਕੇ ਜਕਾਰਾ ਛੱਡਤਾ, ਫੇਰ ਨਹੀਂ ਸਾਨੂੰ ਪਤਾ ਲੱਗਿਆ ਸਾਡੇ ਅੰਦਰ ਕੀ ਸ਼ਕਤੀ ਵਰਤ ਗਈ ਤੇ ਕਿੰਨੇ ਉਹਨਾਂ ਦੇ 100-150 ਬੰਦਾ ਵੱਢ ਕੇ ਉਹ ਮਾਰਿਆ। ਕੋ ਸਤਨਾਮ। ਤੋ ਇਸ ਕਰਕੇ ਅਰਦਾਸ ਦੀ ਸ਼ਕਤੀ ਮੇਰੇ ਪ੍ਰੀਤਮ ਦੱਸ ਰਹੇ ਹਨ, ਕਹਿ ਰਹੇ ਹਨ ਕਿ ਕਿਸ ਤਰ੍ਹਾਂ ਜੇ ਕੋਈ ਅਰਦਾਸ ਕਰਨ ਦਾ ਢੰਗ ਸਹੀ ਢੰਗ ਨਾਲ ਸਿੱਖ ਲਵੇ ਤੇ ਉਹ ਕਿਵੇਂ ਪੂਰੀ ਹੁੰਦੀ ਹੈ। ਤੇ ਜਿਹਦੇ ਕੋਲੇ ਅਰਦਾਸ ਦੀ ਪਾਵਰ ਹੈ, ਉਸ ਦੇ ਉੱਤੇ ਕਿਸੇ ਦਾ ਵੀ ਮੰਤਰ ਨਹੀਂ ਚੱਲਦਾ ਜੀ। ਜਪ ਪ੍ਰਯੋਗ ਅਰ ਸਿੱਧਤਾ, ਸਿੱਖ ਅਰਦਾਸ ਸਿੱਧ ਸੰਤ। ਜਿਹੜੇ ਆਮ ਲੋਕ ਹੈ ਉਹ ਮੰਤਰਾਂ ਨੂੰ ਸਿੱਧ ਕਰਦੇ ਹਨ, ਪਰ ਸਾਡੇ ਕੋਲੇ ਮੂਲ ਮੰਤਰ, ਮਹਾ ਮੰਤਰ, ਗੁਰਮੰਤਰ 3 ਮੰਤਰ ਹਨ। ਜਪਜੀ ਸਾਹਿਬ ਸਾਡੇ ਕੋਲੇ ਜਿਹੜਾ ਹੈ ਇਹ ਵੱਡਾ ਮੰਤਰ ਹੈ, ਮਾਲਾ ਮੰਤਰ ਹੈ। ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਅਰਦਾਸ ਕਰਦਾ ਹੈ, ਉਹ ਸਭ ਤੋਂ ਵੱਡਾ ਸੰਤ ਹੈ, ਸਭ ਤੋਂ ਵੱਡਾ ਸਿੱਧ ਹੈ। ਉਹਦੇ ਵੀ ਸਾਰੀਆਂ ਸਿੱਧੀਆਂ ਤਾਕਤਾਂ, ਸ਼ਕਤੀਆਂ ਆ ਜਾਂਦੀਆਂ ਹਨ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਹੈ, ਸੁਣਿਆ ਹਾਥ ਹੋਵੇ ਅਸਗਾਹ, ਅਟਕ ਦਰਿਆ ਨੂੰ। ਗੁਰੂ ਪਿਆਰਿਓ, ਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪਾਰ ਕਰਨਾ ਸੀ, ਪਰਲੇ ਪਾਸੇ ਜਾ ਕੇ ਹਮਲਾ ਕਰਨਾ ਸੀ ਫੌਜਾਂ ਨੇ, ਪਰ ਅਟਕ ਦਰਿਆ ਚੜ੍ਹਿਆ ਹੋਇਆ ਸੀਗਾ। ਤੇ ਉਸ ਵੇਲੇ ਚੜ੍ਹਦੀ ਕਲਾ ਦਾ ਸਿੰਘ ਫੌਜ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਹੁੰਦਾ ਤੇ ਸਿੰਘ ਵੀ ਵਿੱਚ ਹੁੰਦੇ ਹੈ। ਤੇ ਗੁਰੂ ਪਿਆਰਿਓ, ਉੱਥੇ ਗੱਲ ਚੱਲੀ ਵੀ ਹੁਣ ਦਰਿਆ ਨੂੰ ਕਿਵੇਂ ਪਾਰ ਕਰੀਏ। ਕਰਦਿਆਂ ਕਹਿੰਦੇ ਯਾਰ ਬਾਣੀ 'ਚ ਲਿਖਿਆ ਹੈ, ਸੁਣਿਆ ਹਾਥ ਹੋਵੇ ਅਸਗਾਹ, ਅਸਗਾਹ ਸਮੁੰਦਰ ਸਾਗਰ। ਜੇ ਬਾਣੀ ਨਾਲ ਕੋਈ ਜੁੜਿਆ ਤੇ ਇਹ ਸਮੁੰਦਰ ਵੀ ਰਸਤਾ ਦੇ ਦਿੰਦੇ ਆ, ਹੱਥ ਕਰਿਆ ਜਾਂਦੇ ਆ, ਕੋਈ ਸਤਨਾਮ ਨੀਵੇਂ ਹੋ ਜਾਂਦੇ ਆ। ਕਹਿੰਦੇ ਕਰੋ ਫਿਰ ਅਰਦਾਸ। ਕਹਿੰਦੇ ਉਹ ਸਿੰਘ ਸਾਹਿਬ ਪੱਤਨ ਤੇ ਖੜ ਕੇ ਪਾਣੀ ਦੇ ਵਿੱਚ ਅਰਦਾਸ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਤੀ। ਤੇ ਜਿਸ ਵੇਲੇ ਅਰਦਾਸ ਕੀਤੀ,
ਉਹ ਅਟਕ ਦਰਿਆ ਪਾਣੀ ਹੌਲੀ ਹੋ ਗਿਆ, ਨੀਵਾਂ ਹੋ ਗਿਆ, ਸਾਰੀ ਫੌਜ ਲੰਘਾ ਦਿੱਤੀ ਤੇ ਉਸ ਤੋਂ ਬਾਅਦ ਫਿਰ ਦਰਿਆ ਜਿਹੜਾ ਆਪਣੀ ਅਸਲੀ ਲਹਿਰ ਵਿੱਚ ਆਇਆ। ਕੋ ਸਤਨਾਮ ਸੀ। ਤਾਂ ਵਾਕਿਆ ਹੀ ਗੁਰੂ ਕਿਰਪਾ ਕਰ ਸਾਡੇ ਤੇ ਸਾਨੂੰ ਅਰਦਾਸ ਕਰਨੀ ਆ ਜਾਵੇ। ਕਹਿਣ ਲੱਗੇ ਇਹ ਸਭ ਤੋਂ ਵੱਡਾ ਸਾਡੇ ਕੋਲੇ ਮੰਤਰ ਹੈ ਜਪਜੀ ਸਾਹਿਬ ਦਾ ਪਾਠ। ਜੇ ਕੋਈ ਕਰਦਾ ਹੈ ਤੇ ਉਹਦੀ ਅਰਦਾਸ ਪੂਰੀ ਹੁੰਦੀ ਹੈ। ਸਿੱਖ ਬਣ ਜੁਰ ਧਰਮ ਕੋ ਸਤਿਗੁਰ ਦੇਵੇ ਲਾਭ। ਔਰ ਗੁਰੂ ਦਾ ਸਿੱਖ ਅਗਰ ਗੁਰੂ ਦੀ ਸਿੱਖਿਆ ਲੈ ਕੇ ਧਰਮ ਦਾ ਵਪਾਰ ਕਰੇ, ਮਨ ਵਿੱਚ ਕਿਸੇ ਨੂੰ ਠੱਗੀ ਧੋਖਾ ਦੇਣ ਦਾ ਇਰਾਦਾ ਨਾ ਹੋਵੇ, ਤਾਂ ਗੁਰੂ ਉਸ ਨੂੰ ਜ਼ਰੂਰ ਫਾਇਦਾ ਪਹੁੰਚਾਉਂਦਾ, ਲਾਭ ਦਿੰਦਾ ਹੈ। ਬੋਲ ਬੁਲਾਵੇ ਸੰਗਤੀ ਦੇਖ ਰਹਾ ਕੀ ਸਾਂਭ। ਪਰ ਇਹ ਉਸ ਤੋਂ ਪਹਿਲਾਂ ਕਿ ਸਿੱਖ ਜਿਹੜਾ ਹੈ ਸੰਗਤ ਨੂੰ ਬੋਲ ਬੁਲਾਵੇ, ਸੰਗਤ ਨੂੰ ਸੱਦ ਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਫਿਰ ਅਰਦਾਸ ਕਰਕੇ ਸ਼ੁਰੂ ਕਰੇ ਆਪਣੇ ਵਪਾਰ ਨੂੰ। ਸਾਡੀ ਮੱਤ ਵਿੱਚ, ਗੁਰਮੱਤ ਵਿੱਚ ਇਹ ਨਿਉ ਰੱਖਦੇ ਆ। ਕੋਈ ਕਾਰਜ ਆਰੰਭ ਕਰਦੇ ਆ, ਸਿੱਖ ਹਰ ਵੇਲੇ ਅਰਦਾਸ ਕਰਦਾ, ਕੀਤਾ ਸੋ ਕੋ ਲੋੜੀਐ ਕੰਮ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾ ਸਾਖੀਐ, ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਦੇ ਮਹਾਵਾਕ ਅਨੁਸਾਰ ਸਿੱਖ ਤਾਂ ਹਰ ਵੇਲੇ ਹੀ ਅਰਦਾਸ ਕਰਦਾ ਹੈ। ਕਿਧਰੇ ਵੀ ਜਾਂਦਾ ਹੋਇਆ ਗੱਲ ਤੇ ਅਰਦਾਸ ਕਰਦਾ ਹੈ। ਨਿਹੰਗ ਸਿੰਘਾਂ ਦੇ ਵਿੱਚ ਤਾਂ ਇੱਥੋਂ ਤੱਕ ਹੈ ਕਿ ਜਦੋਂ ਕੇਸ ਸਮਾਉਂਦਾ ਹੈ ਉਦੋਂ ਵੀ ਅਰਦਾਸ ਕਰਦਾ ਹੈ, ਦਸਤਾਰ ਸਜਾਉਂਦਾ ਵੀ ਅਰਦਾਸ ਕਰਦਾ ਹੈ, ਦਸਤਾਰ ਸਜਾਉਣ ਤੋਂ ਬਾਅਦ ਫਿਰ ਅਰਦਾਸ ਕਰਦਾ ਹੈ। ਛੁੱਟੇ ਖੂਬ ਫਰਲਾ, ਉਹਨਾਂ ਦੀ ਅਰਦਾਸ ਦੇ ਵਿੱਚ ਸ਼ਬਦ ਆਉਂਦਾ ਹੈ ਜਦ ਉੱਪਰ ਫਰਲਾ ਛੱਡਦਾ ਦਸਤਾਰ ਦੇ ਉੱਪਰ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖ ਤਾਂ ਜੇ ਅਰਦਾਸ ਕਰਕੇ ਚੱਲੇ, ਮਨ ਵਿੱਚ ਕੋਈ ਖੋਟ ਨਾ ਹੋਵੇ, ਆਪਣੇ ਧਰਮ ਤੇ ਰਹੇ, ਤਾਂ ਗੁਰੂ ਉਹਨੂੰ ਲਾਭ ਦਿੰਦਾ ਹੈ। ਪਰ ਕੋਈ ਕਾਰਜ ਕਰਨ ਤੋਂ ਪਹਿਲਾਂ ਸੰਗਤ ਨੂੰ ਬੁਲਾ ਕਰਕੇ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਕਰਿਆ ਕਰੋ ਜੀ। ਸੁਣ ਬੋਲਿਓ ਸਿੱਖ ਗੁਰੂ ਜੀ ਦੇਸ਼ ਹਮਾਰਾ ਕਠਨ। ਤੋ ਕਹਿਣ ਲੱਗਿਆ ਬਿਸ਼ੰਬਰ ਦਾਸ ਮਹਾਰਾਜ, ਸਾਡਾ ਦੱਖਣ ਦਾ ਇਲਾਕਾ ਜਿਹੜਾ ਬੜਾ ਹੀ ਕਠਨ ਭਾਵ ਅਣਜਾਣ ਹੈ, ਇਹਨਾਂ ਚੀਜ਼ਾਂ ਤੋਂ ਅਸੀਂ ਜਾਣਦੇ ਨਹੀਂ ਹਾਂ। ਸਿੱਖ ਅਰਦਾਸ ਕੋ ਭੇਵ ਕਹਾ ਜੋ ਸਿੱਖਣ ਸੁਖ ਸਦਨ। ਤੁਸੀਂ ਸਾਨੂੰ ਅਰਦਾਸ ਦੇ ਬਾਰੇ ਦੱਸਣਾ ਕਰੋ ਚੰਗੀ ਤਰ੍ਹਾਂ, ਜਿਸ ਤਰ੍ਹਾਂ ਸਾਡੇ ਸਿੱਖਾਂ ਦੇ ਘਰਾਂ ਵਿੱਚ ਸੁੱਖ ਵਰਤੇ ਜੀ। ਸਤਿਗੁਰ ਬੋਲੇ ਸਿੱਖ ਸੁਣਾ ਕਰੋ ਕੜਾਹ ਪ੍ਰਸਾਦ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਕੜਾਹ ਪ੍ਰਸ਼ਾਦ ਤਿਆਰ ਕਰੋ। ਹੋਏ ਨਾ ਆਏ ਜੇ ਸਿੱਖ ਤੇ ਗੁੜ ਦਾਣਾ ਫਲ ਆਦ। ਔਰ ਜੇ ਕੋਈ ਐਸਾ ਵੀ ਸਮਾਂ ਹੋਵੇ ਕੜਾਹ ਪ੍ਰਸ਼ਾਦ ਨਾ ਬਣ ਸਕੇ ਤੇ ਗੁੜ ਵੀ ਮਿੱਠੇ ਵਿੱਚ ਹੀ ਆਉਂਦਾ ਹੈ, ਫਲ ਆਦਿ ਇਸ ਦਾ ਪ੍ਰਸ਼ਾਦ ਵੀ ਆਪਾਂ ਲੈ ਸਕਦੇ ਹਾਂ। ਵੈਸੇ ਗੁਰੂ ਨਾਨਕ ਦੇ ਘਰ ਵਿੱਚ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਹੈ। ਕੋ ਸਤਨਾਮ ਸੀ। ਔਰ ਨਹੀਂ ਤਾਂ ਫਿਰ ਗੁੜ ਵੀ ਜਿਵੇਂ ਆਪਾਂ ਪੁਰਾਣੇ ਸਮਿਆਂ ਤੋਂ ਲੈ ਕੇ ਕੋਈ ਲੜਕਾ ਹੋਇਆ ਲੜਕੀ ਹੋਈ ਗੁੜ ਵੰਡਦੇ ਆ, ਲੋਹੜੀ 'ਤੇ ਵੀ ਗੁੜ ਵੰਡਿਆ ਜਾਂਦਾ, ਘਰ ਦੀ ਨਿਉ ਰੱਖਦੇ ਆ, ਉੱਥੇ ਕੜਾਹ ਪ੍ਰਸ਼ਾਦ ਨਹੀਂ ਬਣਦਾ ਤੇ ਗੁੜ ਹੀ ਵੰਡਿਆ ਜਾਂਦਾ ਹੈ। ਅਰਦਾਸ ਬੇਨਤੀ ਕਰਕੇ ਖੈਰ ਗੁਰੂ ਸਾਹਿਬ ਕਹਿੰਦੇ ਹਨ ਇਸ ਤਰ੍ਹਾਂ ਅਰਦਾਸ ਕਰਿਆ ਕਰੋ ਜੀ। ਸੁੱਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ। ਸੰਤ ਸਾਧੂ ਪਵਿੱਤਰ ਰਹਿ ਕੇ ਜਦੋਂ ਸਾਰਾ ਦਿਨ ਮੁਖ ਤੇ ਜਾਪ ਕਰਦਾ ਰਹੇ। ਨਾਮ ਪ੍ਰਤਾਪ ਤੇ ਕਾਜ ਸਰ ਸੁਣ ਅਰਦਾਸ ਕਲਾਪ। ਤੋ ਇਹ ਨਾਮ ਦੇ ਪ੍ਰਤਾਪ ਨਾਲ ਹੀ ਸਾਰੇ ਕਾਰਜ ਰਾਸ ਹੁੰਦੇ ਹਨ ਜਦੋਂ ਸਿੱਖ ਅਰਦਾਸ ਕਰਦਾ ਹੈ। ਧਰਮ ਬੀਜ ਅਖੰਡ ਬ੍ਰਿੰਦ ਸਫਲ ਪੂਰੇ ਤੀਨ। ਧਰਮ ਦਾ ਬੀਜ ਜਿਵੇਂ ਬੀਜ ਬੀਜਦੇ ਆ ਨਾ, ਜਿਵੇਂ ਉਹ ਵੱਧਦਾ ਹੈ, ਇਸੇ ਤਰ੍ਹਾਂ ਧਰਮ ਦਾ ਇਹ ਅਰਦਾਸ ਬੀਜ ਹੈ। ਜਪ ਮੰਤਰ ਬੀਜ ਹੈ। ਜਪਜੀ ਸਾਹਿਬ ਕਹਿੰਦੇ ਜਿਸ ਦੇ ਕੋਲ ਇਹ ਚੀਜ਼ ਹੈ, ਤਿੰਨੇ ਧਰਮ, ਬੀਜ ਔਰ ਗੁਰੂ ਪਿਆਰਿਓ ਅਰਦਾਸ ਆਦਿ, ਇਹ ਤਿੰਨ ਚੀਜ਼ਾਂ ਦੀ ਦੇ ਕੋਲੇ ਹਨ। ਜਿਵੇਂ ਬੀਜ ਨੂੰ ਵੀ ਉਗਣ ਵਾਸਤੇ ਤਿੰਨੇ ਚੀਜ਼ਾਂ ਚਾਹੀਦੀਆਂ, ਧਰਤੀ, ਪਾਣੀ ਤੇ ਬੀਜ। ਜਦੋਂ ਇਹ ਉਗਰਦੀ ਹੈ ਤੇ ਆਪਣਾ ਫਲ ਦਿੰਦੇ ਹਨ। ਇਸੇ ਤਰ੍ਹਾਂ ਹੀ ਕਸ਼ਟ ਹਰੇ ਬੇਲੀ ਫਲੈ ਗੁਰ ਪੂਜਕ ਸਿਸ ਸੀਨਾ। ਇਸ ਕਰਕੇ ਜਿਸ ਸਿੱਖ ਦੇ ਸੀਨੇ ਵਿੱਚ ਹਰੀ ਦਾ ਨਾਮ ਜਪਦਾ ਹੈ, ਗੁਰਮੰਤਰ ਜਪਦਾ ਹੈ, ਉਸ ਵੇਲੇ ਕਹਿੰਦੇ ਇਹ ਜਿਹੜਾ ਹੈ ਦੁੱਖਾਂ ਦਾ ਨਾਸ ਹੁੰਦਾ ਹੈ। ਔਰ ਕਸ਼ਟ ਹਰੇ
ਬੇਲੀ ਫਲੇ ਗੁਰ ਪੂਜਕ ਸ਼ਿਸ਼ ਸੀਨ। ਇੱਥੇ ਇੱਕ ਹੋਰ ਵੀ ਬਚਨ ਹੈ। ਸਿੱਖ ਸਭ ਤੋਂ ਪਹਿਲਾਂ ਉਦੋਂ ਅਰਦਾਸ ਕਰਦਾ ਜਦੋਂ ਇਸ ਦੀ ਸ਼ਾਦੀ ਹੁੰਦੀ ਹੈ, ਉਦੋਂ ਵੀ ਅਸੀਂ ਅਰਦਾਸ ਕਰਦੇ ਹਾਂ। ਔਰ ਅੱਗੇ ਚੱਲ ਕੇ ਗ੍ਰਸਤੀ ਜੀਵਨ ਵਿੱਚ ਪ੍ਰਵੇਸ਼ ਕਰਨ ਵੇਲੇ ਵੀ ਕਹਿੰਦੇ ਸਿੱਖ ਨੂੰ ਪਹਿਲਾਂ ਅਰਦਾਸ ਕਰਨੀ ਚਾਹੀਦੀ ਹੈ। ਫਿਰ ਸਮਾਂ ਹੋਣ 'ਤੇ ਜਦ ਬੱਚੇ ਦਾ ਜਨਮ ਹੁੰਦਾ ਹੈ, ਹੋਣ ਦਾ ਸਮਾਂ ਹੁੰਦਾ, ਉਦੋਂ ਵੀ ਸਿੱਖ ਹਰ ਵੇਲੇ ਅਰਦਾਸ 'ਚ ਰਹਿੰਦਾ ਹੈ। ਵੈਸੇ ਉਹ ਸਮਾਂ ਐਸਾ ਹੁੰਦਾ ਮਾਈ ਦੇ ਉੱਪਰ ਕਿ ਉਹਦੇ ਧਿਆਨ ਹਮੇਸ਼ਾ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ, ਕਿਉਂਕਿ ਉਹ ਸਮਾਂ ਬੜਾ ਔਖਾ ਭਰਿਆ, ਦੁੱਖਾਂ ਭਰਿਆ ਹੁੰਦਾ। ਗੁਰੂ ਦੀ ਕਿਰਪਾ ਨਾਲ ਹੀ ਉਹ 'ਚੋਂ ਬੀਬੀ ਪਾਸ ਹੁੰਦੀ ਆ। ਕੋਈ ਸਤਨਾਮ ਸਿੰਘ ਉਦੋਂ ਵੀ ਅਰਦਾਸ ਕਰਦੇ ਆ ਜਦ ਬੱਚਾ ਜਨਮ ਲੈ ਲੈਂਦਾ ਹੈ। ਤੇ ਬੱਚਾ ਜਨਮ ਲੈਣ ਤੋਂ ਬਾਅਦ ਦਾਈ ਫਿਰ ਅਰਦਾਸ ਕਰਦੀ ਹੈ ਜਦੋਂ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਇਆ ਜਾਂਦਾ ਹੈ। ਇਹ ਤਾਂ ਪਿਛਲੀ ਗੱਲ ਹੈ। ਕਹਿਣ ਲੱਗੇ ਫਿਰ ਅਰਦਾਸ ਕੀਤੀ ਜਾਂਦੀ ਆ ਔਰ ਅਸੀਸ ਵੀ ਦਿੱਤੀ ਜਾਂਦੀ ਆ ਮਾਈਆਂ ਵੱਲੋਂ ਉਸ ਬੀਬੀ ਨੂੰ। ਦੁੱਧੀ ਨਹਾਵੇ ਪੁੱਤੀ ਫਲੇ, ਭਾਵ ਇਹ ਚੜ੍ਹਦੀ ਕਲਾ ਦੇ ਬਚਨ ਕਹੇ ਜਾਂਦੇ ਹਨ। ਅਬੇ ਕਹੋ ਅਰਦਾਸ ਮੈਂ ਜਿਮ ਸ਼੍ਰੀ ਮੁਖ ਕਹਿ ਦੀਨ। ਅੱਗੇ ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਜੀ ਲਿਖਦੇ ਹਨ ਕਿ ਆਓ ਹੁਣ ਮੈਂ ਤੁਹਾਨੂੰ ਅਰਦਾਸ ਬਾਰੇ ਦੱਸਦਾ ਹਾਂ ਜਿਵੇਂ ਮੇਰੇ ਪ੍ਰੀਤਮ ਨੇ ਦੱਸਣਾ ਕੀਤਾ ਹੈ ਜੀ। ਛੰਦ ਬੰਦ ਕਛ ਗਿਨਤ ਨਹਿ ਸਪਤ ਪ੍ਰਥਮ ਕੀ ਚੀਨ। ਔਰ ਕਹਿਣ ਲੱਗੇ ਛੰਦਾਬੰਦੀ ਦੇ ਵਿੱਚ ਕਰਾਂਗਾ ਪਰ ਇਹਦੀ ਗਿਣਤੀ ਕੋਈ ਨਹੀਂ ਰਹਿਣੀ। ਹੁਣ ਅਸਲ ਦੇ ਵਿੱਚ ਛੰਦਾਬੰਦੀ ਦੇ ਅੱਖਰਾਂ ਦੀ ਗਿਣਤੀ ਹੁੰਦੀ ਹੈ। ਜਿਵੇਂ ਬਾਣੀ ਦੇ ਵਿੱਚ ਹੈ ਦੁਪਦੇ, ਤਿੰਨ ਪਦੇ, ਤਿਪਦੇ, ਦੁਪਦੇ, ਤਿਪਦੇ, ਅਸ਼ਟਪਦੀ, ਸ਼ੰਤ। ਹੁਣ ਇੱਥੇ ਕਹਿੰਦਾ ਥੋੜ੍ਹਾ ਜਿਹਾ ਮੈਂ ਛੰਦਾਬੰਦੀ 'ਚੋਂ ਬਾਹਰ ਵੀ ਨਿਕਲ ਸਕਦਾ, ਗਿਣਤੀਆਂ ਤੋਂ ਬਾਹਰ ਹੀ ਹੋ ਚਲਿਆ ਕੰਮ। ਇਹ ਵੀ ਗਿਣਤੀ ਨਹੀਂ ਕਰਨੀ ਤੁਸੀਂ। ਪਹਿਲਾਂ ਮੈਂ ਤੁਹਾਨੂੰ 7 ਅਰਦਾਸਾਂ ਦੱਸਣੀਆਂ ਕਰਦਾ ਹਾਂ। ਇਹ ਕਥਾ ਸਾਡੇ ਕੋਲ ਆਈ ਆ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਰਾਹੀਂ ਸਾਰੀ। ਆਪ ਜੀ ਨੂੰ ਪਤਾ ਹੈ ਕਿ ਜਦੋਂ ਸਿੱਖ ਸੰਗਤਾਂ ਨੇ ਇੱਕ ਵਾਰੀ ਸੋਚਿਆ ਵੀ ਯਾਰ ਜਿਸ ਤਰ੍ਹਾਂ ਬਾਬੇ ਨਾਨਕ ਦੀ ਕਥਾ ਲਿਖੀ ਹੋਈ ਆ ਜਨਮ ਸਾਖੀ ਭਾਈ ਬਾਲੇ ਵਾਲੀ, ਉਸੇ ਤਰ੍ਹਾਂ ਸਾਡੇ ਕੋਲੇ ਗੁਰੂ ਅੰਗਦ ਤੋਂ ਲੈ ਕੇ 10ਵੇਂ ਪਾਤਸ਼ਾਹ ਖਾਲਸਾ ਪੰਥ ਤੱਕ ਕਥਾ ਹੋਣੀ ਚਾਹੀਦੀ ਆ। ਭਾਵ ਉਹ ਸਾਰਾ ਬੈਕਗਰਾਊਂਡ ਸਾਰੀ ਸਾਡੇ ਕੋਲੇ ਹੋਵੇ ਤਾਂ ਫਿਰ ਗੱਲ ਹੈ ਬਈ ਉਹਨਾਂ ਸਮਿਆਂ 'ਚ ਗੁਰੂ ਸਾਹਿਬਾਂ ਨੇ ਕਿਵੇਂ ਜੀਵਾਂ ਨੂੰ ਤਾਰਿਆ। ਤੇ ਸੰਗਤਾਂ ਨੇ ਫਿਰ ਖਾਲਸੇ ਪੰਥ ਨੇ ਸਲਾਹ ਕੀਤੀ ਵੀ ਐਸਾ ਹੁਣ ਕਿਹੜਾ ਸਾਡੇ ਕੋਲੇ ਜਿਹੜਾ ਦੂਜੇ ਪਾਤਸ਼ਾਹ ਤੋਂ ਲੈ ਕੇ ਸੁਣਾ ਸਕੇ। ਯਾਰ ਐਡਾ ਤਾਂ ਬੰਦਾ ਨਹੀਂ ਕੋਈ ਹੁਣ ਇੰਨੀ ਉਮਰ ਦਾ ਦੂਜੇ ਪਾਤਸ਼ਾਹ ਤੋਂ ਵੇਲੇ ਦਾ, 10ਵੇਂ ਪਾਤਸ਼ਾਹ ਤੋਂ ਬਾਅਦ ਦੀ ਗੱਲ ਹੈ ਇਹ। ਕੋਈ ਸਤਨਾਮ ਸਿੰਘ। ਫਿਰ ਬੈਠੇ ਬੈਠੇ ਖਿਆਲ ਆਇਆ ਵੀ ਬਾਬੇ ਬੁੱਢੇ ਕਿਆ ਨੂੰ ਇਹ ਬਖਸ਼ਿਸ਼ ਹੈ। ਬਾਬੇ ਨਾਨਕ ਨੇ ਇੱਕ ਵਾਰੀ ਬਾਬੇ ਬੁੱਢੇ ਨੂੰ ਕਿਹਾ ਸੀਗਾ ਕਿ ਬੁੱਢਿਆ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ, ਭਾਵ ਤੈਨੂੰ ਮੇਰਾ ਗਿਆਨ ਰਹੇਗਾ। ਔਰ ਉਹ ਬਖਸ਼ਿਸ਼ ਬਾਬੇ ਬੁੱਢੇ ਦੀ ਬੰਸ ਵਿੱਚ ਅੱਗੇ ਤੋਂ ਅੱਗੇ ਚੱਲਦੀ ਰਹੀ ਆ। ਜਿਵੇਂ ਗੁਰੂ ਅੰਗਦ ਦੇਵ ਜੀ ਦਾ ਲੋਪ ਹੋਣਾ, ਉਦੋਂ ਲੱਭ ਕੇ ਲਿਆਉਣਾ ਬਾਬਾ ਬੁੱਢਾ ਜੀ ਨੂੰ, ਬਾਬਾ ਬੁੱਢਾ ਜੀ ਨੇ ਉਹਨਾਂ ਨੂੰ। ਗੁਰੂ ਅਮਰਦਾਸ ਜੀ ਦਾ ਲੋਪ ਹੋਣਾ, ਉਦੋਂ ਵੀ ਗੁਰੂ ਅਮਰਦਾਸ ਜੀ ਨੂੰ ਬਾਬਾ ਬੁੱਢਾ ਜੀ ਲੱਭ ਕੇ ਲਿਆਏ। ਭਾਵੇਂ ਆਪਣੇ ਬ੍ਰਹਮ ਗਿਆਨ ਲੱਭ ਕੇ ਲਿਆਂਦਾ, ਉਹ ਲਾਤਾ ਘੋੜੀ ਦੇ ਨਾਂ ਵੀ ਇਹ ਘੋੜੀ ਆਪਣੇ ਮਾਲਕ ਨੂੰ ਸੌਂ ਕੇ ਲੱਭ ਲੈਂਦੀ ਆ। ਕੋਈ ਸਤਨਾਮ। ਕਿਉਂਕਿ ਬ੍ਰਹਮ ਗਿਆਨੀ ਫਿਰ ਕਰਾਮਾਤ ਦੇ ਉੱਤੇ ਇਹ ਵਿਖਾਵਾ ਨਹੀਂ ਕਰਦੇ ਕਿ ਮੈਂ ਇਹ ਕੀਤਾ। ਖੈਰ ਖਾਲਸਾ ਪੰਥ ਨੇ ਫਿਰ ਜਾ ਕੇ ਬਾਬੇ ਬੁੱਢੇ ਜੀ ਦੇ ਪੁੱਤਰ ਪੋਤਰੇ ਪਰਪੋਤਰੀ ਉਹਨਾਂ ਦੀ ਬੰਸ ਦੇ ਬੱਚੇ ਰਾਮ ਕੋਇਰ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਬਣ ਚੁੱਕੇ ਸੀ। ਕੋਈ ਸਤਨਾਮ, ਜਿਨ੍ਹਾਂ ਨੇ 2 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਲਕ ਦਿੱਤਾ ਸੀਗਾ ਗੁਰਤਾ ਗੱਦੀ ਦਾ। ਇਹਨਾਂ ਦੇ ਗੂਠੇ ਨਾਲ ਲਵਾਇਆ ਸੀਗਾ। ਉਦੋਂ ਨੇ ਉਮਰ 2 ਸਾਲ ਦੀ ਸੀ। ਉਹ ਰੀਤ ਚੱਲਦੀ ਆ ਰਹੀ ਸੀ ਤੇ ਅੱਜ ਉਹਨਾਂ ਨੇ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ ਕਿ ਗੱਲ ਆ ਹੈ ਵੀ ਦੂਜੇ ਪਾਤਸ਼ਾਹ ਤੋਂ ਲੈ ਕੇ ਖਾਲਸਾ ਪੰਥ ਦੀ ਸਾਜਨਾ ਤੱਕ ਸਾਰੀ ਕਥਾ ਲਿਖਣੀ ਹੈ। ਰਾਮ ਕੌਰ ਜੀ ਕਹਿੰਦੇ ਮੈਂ ਤਾਂ 10ਵੇਂ ਪਾਤਸ਼ਾਹ ਵੇਲੇ 2 ਸਾਲ ਦਾ ਸੀਗਾ। ਸੰਗਤਾਂ ਕਹਿੰਦੀਆਂ ਕੋਈ ਗੱਲ ਨਹੀਂ, ਅਰਦਾਸ ਬੇਨਤੀ ਕਰੋ ਬਾਬੇ ਨਾਨਕ ਦਾ ਤੁਹਾਨੂੰ ਵਰ ਹੈ ਕਿ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾਵਾਂ ਬੁੱਢਿਆ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਕੋਈ ਸਤਨਾਮ। ਇਹ ਗੱਲ ਤੁਹਾਡੇ ਵਿੱਚ ਹੈ, ਤੁਸੀਂ ਅਰਦਾਸ ਕਰਕੇ ਸ਼ੁਰੂ ਕਰੋ, ਗੁਰੂ ਆਪੇ ਹੀ ਲਿਖਵਾ ਦੇਣਗੇ। ਫਿਰ ਰਾਮ ਕੋਇਰ ਜੀ ਨੇ ਸਾਰੀ ਇਹ ਕਥਾ ਉਚਾਰਨ ਕਰਕੇ ਮੁਜਵਾਨੀ ਸਿੱਖਾਂ ਨੂੰ ਲਿਖਾਈ ਸੀ। ਤਾਂ ਉਹੋ ਹੀ ਬੇਨਤੀ ਅੱਜ ਕਰ ਰਹੇ ਨੇ ਕਿ ਆਓ
ਮੈਂ ਤੁਹਾਨੂੰ ਦੱਸਦਾ ਹਾਂ। आठे भोजे पीना पुग वस्त्रन में गुर शेष दीना। ਔਰ 8ਵੀਂ ਅਰਦਾਸ ਪਿੱਛੇ ਅਰਦਾਸਾਂ ਕੁਝ ਆਪਾਂ ਜਾਣ ਲਈਆਂ ਹਨ। ਅੱਗੇ 8ਵੀਂ ਅਰਦਾਸ ਤੇ ਗੱਲ ਆ ਗਈ ਹੈ। 8ਵੀਂ ਭੋਜੈ ਪੀਨ ਭੁਗ ਬਸਤਰਨ ਮੈਂ ਗੁਰ ਸੰਸ ਦੀਨ। ਜਦੋਂ ਬੱਚੇ ਦੇ ਆਪਾਂ ਬਸਤਰ ਪਾਉਣੇ ਹਾਂ, ਮਾਂ ਦਾ ਦੁੱਧ ਚੁੰਘਾਉਣ ਵੇਲੇ ਵੀ ਅਰਦਾਸ ਕੀਤੀ ਹੈ। ਉਸ ਤੋਂ ਬਾਅਦ 8ਵੀਂ ਅਰਦਾਸ ਹੈ ਜਦੋਂ ਬੱਚੇ ਦੇ ਅਸੀਂ ਬਸਤਰ ਪਾਉਨੇ ਹਾਂ। ਪੁਰਾਣੇ ਸਮਿਆਂ ਵਿੱਚ ਤਾਂ ਇਹ ਵੀ ਕਹਿੰਦੇ ਸੀ ਕਿ ਗੁਰੂ ਸਾਹਿਬ ਜੀ ਦਾ ਲੱਗਿਆ ਹੋਇਆ ਕੋਈ ਪੁਰਾਣਾ ਰੁਮਾਲਾ ਬਸਤਰ ਲੈ ਕੇ ਆਓ, ਪਹਿਲਾਂ ਝਗਲੀ ਬਣਾ ਕੇ ਬੱਚੇ ਦੇ ਉਹ ਪਾਵਾਂਗੇ ਆਪਾਂ। ਕੋਈ ਸਤਨਾਮ। ਜਦੋਂ ਬੱਚੇ ਦੇ ਬਸਤਰ ਪਾਏ ਜਾਂਦੇ ਹਨ, ਉਦੋਂ ਬੱਚੇ ਨੂੰ ਫਿਰ ਅਰਦਾਸ ਕੀਤੀ ਜਾਂਦੀ ਹੈ ਕਿ ਇਹ ਬੱਚਾ ਜਿਹੜਾ ਹੈ ਮਹਾਰਾਜ ਤੁਹਾਡੀ ਕਿਰਪਾ ਨਾਲ ਵਧੇ ਫੁੱਲੇ ਤਕੜਾ ਹੋਵੇ ਜੀ। गावे बालक तुष्ट पुष्ट दसवीं कर अरदास। ਇਸ ਤਰ੍ਹਾਂ 8ਵੀਂ ਅਰਦਾਸ ਬੱਚੇ ਨੂੰ ਦੁੱਧ ਚੁੰਘਾਉਣ ਵੇਲੇ, 9ਵੀਂ ਅਰਦਾਸ ਬੱਚੇ ਨੂੰ ਪਹਿਲੀ ਵਾਰ ਜਿਹੜੇ ਕੱਪੜੇ ਪਵਾਏ ਜਾਂਦੇ ਹੈ, ਉਦੋਂ ਵੀ ਕਈ ਘਰਾਂ ਦੇ ਵਿੱਚ ਇਹ ਖਿਆਲ ਹੁੰਦਾ ਕਿ ਗ੍ਰੰਥੀ ਸਿੰਘ ਨੂੰ ਬੁਲਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਉਹ ਜਲ ਛਕਾ ਕੇ ਬੱਚੇ ਨੂੰ ਨਵੇਂ ਵਸਤਰ ਪਵਾਏ ਜਾਣ। ਇੱਦਾਂ ਵੀ ਰੀਤ ਬਹੁਤ ਸਾਰੇ ਲੋਕ ਕਰਦੇ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਅਰਦਾਸ ਕੀਤੀ ਜਾਂਦੀ ਹੈ ਕਿ ਬੱਚਾ ਵਧੇ ਫੁੱਲੇ ਔਰ ਸਰੀਰਕ ਤੰਦਰੁਸਤੀ ਵਧੇ ਜੀ। तीन गर्भ प्रसूत के दर्शन गुर कर गास। ਔਰ 10ਵੀਂ ਅਰਦਾਸ ਹੈ ਬੱਚੇ ਦੇ ਲਈ ਕੀਤੀ ਜਾਂਦੀ ਹੈ ਕਿ ਅੰਨ ਖਾਵੇ। ਭਾਵ ਜਦੋਂ ਇਹ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦੇਵੇ ਉਦੋਂ ਵੀ ਸਿੱਖ ਅਰਦਾਸ ਕਰਦਾ ਹੈ ਤਾਂ ਕਿ ਇਸ ਨੂੰ ਭੋਜਨ ਲੱਗੇ, ਵਧੇ ਫੁੱਲੇ। ਔਰ ਇਸੇ ਤਰ੍ਹਾਂ बैठन में प्रसाद में पहरन में हुए रोग। ਔਰ ਇਸ ਤਰ੍ਹਾਂ 11ਵੀਂ ਅਰਦਾਸ ਗੁਰੂ ਘਰ ਜਾਣ ਵੇਲੇ, ਭਾਵ ਜਦੋਂ ਬੱਚੇ ਨੂੰ ਮੱਥਾ ਟਿਕਾਉਣ ਲਈ ਲੈ ਕੇ ਜਾਂਦੀ ਆ ਗੁਰਦੁਆਰੇ, ਉਦੋਂ ਗੁਰਦੁਆਰੇ ਆ ਕੇ ਵੀ ਆਪਾਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੁਹਾਡੀ ਇਹ ਦਾਤ ਹੈ, ਇਸ ਤੇ ਕਿਰਪਾ ਕਰਿਓ। ਕੋਈ ਸਤਨਾਮ। 10ਵੀਂ ਅਰਦਾਸ ਹੈ। 11ਵੀਂ ਅਰਦਾਸ ਹੈ ਜਦੋਂ ਬੱਚੇ ਨੂੰ ਅਸੀਂ ਛਾਠੀ ਕਰਦੇ ਹਾਂ ਜਾਂ ਜਦੋਂ ਬੱਚੇ ਦੀ ਮਾਤਾ ਤੁਰਨ ਫਿਰਨ ਜੋਗੀ ਹੋ ਜਾਂਦੀ ਆ, ਉਦੋਂ ਜੱਚਾ ਬੱਚਾ ਨੂੰ ਲੈ ਕੇ ਜਦੋਂ ਅਸੀਂ ਗੁਰੂ ਘਰ ਆਉਣੇ ਆ, ਅਰਦਾਸ ਕਰਦੇ ਆ, ਉਦੋਂ ਵੀ ਸਿੱਖ ਅਰਦਾਸ ਕਰਦਾ ਹੈ। खेलन में जीव मेल कर अस्त्र में कौ अरोग। ਇਸੇ ਤਰ੍ਹਾਂ ਜਦੋਂ ਬੱਚਾ ਬੈਠਣ ਲੱਗ ਜਾਵੇ, ਪ੍ਰਸ਼ਾਦ ਛਕਣ ਲੱਗ ਜਾਵੇ, ਬਸਤਰ ਪਹਿਨਣ ਲੱਗ ਜਾਵੇ, ਤੁਰਨ ਫਿਰਨ ਕੇ ਵਿਹੜੇ ਦੇ ਵਿੱਚ ਖੇਡਣ ਲੱਗ ਜਾਂਦਾ ਹੈ, ਮਾਤਾ ਪੁਰਾਣੀਆਂ ਬਜ਼ੁਰਗ ਮਾਈਆਂ ਤਾਂ ਗੱਲ ਤੇ ਹੀ ਅਰਦਾਸ ਕਰਦੀਆਂ। ਨਾਲ ਪੁਰਾਣੀਆਂ ਮਾਈਆਂ ਦਾ ਸੁਭਾਅ ਹੁੰਦਾ ਲੈ ਬੱਚਾ ਹੁਣ ਕਿੱਡਾ ਸੋਹਣਾ ਹੱਸਦਾ, ਕਿਤੇ ਨਜ਼ਰ ਨਾ ਲੱਗ ਜਾਵੇ, ਕਾਲਾ ਟਿੱਕਾ ਲਾ ਦਿਓ ਕੰਨ ਤੇ। ਕਹੋ ਸਤਨਾਮ। ਭਾਵ ਸਿੱਖ ਦੇ ਕੋਲੇ ਅਰਦਾਸ ਸਭ ਤੋਂ ਵੱਡੀ ਹੈ। ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲਾਗੈ, ਉਹਨੂੰ ਕੋਈ ਨਜ਼ਰ ਨਹੀਂ ਲੱਗਦੀ ਜਿਨ੍ਹਾਂ ਦੇ ਘਰ ਬਾਣੀ ਚੱਲਦੀ ਆ। ਕਹੋ ਸਤਨਾਮ। ਹਮੇਸ਼ਾ ਅਰਦਾਸ ਕਰੋ ਗੁਰੂ ਦੇ ਅੱਗੇ। ਇਹਨਾਂ ਚੱਕਰਾਂ ਚੋਂ ਨਿਕਲਣ ਦੇ ਲਈ ਗੁਰੂ ਸਾਹਿਬ ਨੇ ਕਿਹਾ ਕਿ ਅਰਦਾਸ ਸਭ ਤੋਂ ਵੱਡੀ ਅਰਦਾਸ ਹੈ। ਉਸ ਬੱਚੇ ਨੂੰ ਕੋਈ ਨਜ਼ਰ ਨਹੀਂ ਲੱਗਦੀ, ਕੋਈ ਚਾਖ ਹੁੰਦੀ ਆ ਅੱਖ ਦੀ ਨਜ਼ਰ ਵੇਖ ਕੇ ਟੋਕ ਲੱਗਣੀ, ਕਹਿੰਦੇ ਫਿਰ ਉਸ ਬੱਚੇ ਨੂੰ ਕੋਈ ਟੋਕ ਨਹੀਂ ਲੱਗਦੀ। ਜਦੋਂ ਅਸੀਂ ਅਰਦਾਸ ਕਰਦੇ ਹਾਂ ਹਰ ਵੇਲੇ ਬੱਚੇ ਦੀ ਚੜ੍ਹਦੀ ਕਲਾ ਵਾਸਤੇ, ਜਦੋਂ ਖੇਡਣ ਲੱਗ ਜਾਵੇ ਵਿਹੜੇ ਵਿੱਚ ਭੱਜ ਦੌੜ ਕਰਦਾ ਹੈ। ਪੜ੍ਹਤੇ ਰਸਨਾ ਚੇਤ ਗੁਰ ਪਾਹਨ ਗੁਰ ਕਰ ਮੇਲ। ਔਰ ਜਦੋਂ ਬੱਚੇ ਨੂੰ ਸਕੂਲੇ ਫਿਰ ਪੜ੍ਹਨੇ ਪਾਉਣੇ ਆਪਾਂ, ਪੁਰਾਣੇ ਸਮਿਆਂ ਦੇ ਵਿੱਚ ਪਤਾਸੇ ਲੈ ਕੇ ਜਾਇਆ ਕਰਦੇ ਸੀ ਸਕੂਲ ਦੇ ਵਿੱਚ। ਕੋ ਸਤਨਾਮ। ਜਦੋਂ ਬੱਚੇ ਨੂੰ ਦਾਖਲ ਕਰਾਉਂਦੇ ਸੀਗੇ, ਧੰਨ ਗੁਰੂ ਨਾਨਕ ਦੇਵ ਜੀ ਨੂੰ ਦਾਖਲ ਕਰਾਉਣ ਵਾਸਤੇ ਗਏ ਤੇ ਉਦੋਂ ਵੀ ਮਹਿਤਾ ਕਾਲੂ ਜੀ ਨਾਲ ਮਿੱਠਾ ਲੈ ਕੇ ਗਏ, ਥਾਲ ਭਰ ਕੇ। ਮਿੱਠੇ ਵਿੱਚ ਸ਼ੱਕਰ ਵੀ ਹੋ ਸਕਦੀ ਹੈ, ਗੁੜ ਵੀ ਹੋ ਸਕਦਾ ਹੈ, ਪਤਾਸੇ ਵੀ ਹੋ ਸਕਦੇ ਆ। ਕੋਈ ਸਤਨਾਮ। ਇਸ ਤਰ੍ਹਾਂ ਕਹਿੰਦੇ ਜਦੋਂ ਫਿਰ ਬੱਚੇ ਨੂੰ ਅਸੀਂ ਸਕੂਲੇ ਪਾਉਣੇ ਆ, ਉਸ ਵੇਲੇ ਵੀ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਆ। ਚੇਤ ਗੁਰ ਪਾਹੁਲ, ਉਦੋਂ ਵੀ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ। ਪਾਹੁਲ ਗੁਰ ਕਰ ਮੇਲ, ਤਾਂ ਕਿ ਇਹ ਬੱਚਾ ਜਿੱਥੇ ਸੰਸਾਰੀ ਵਿਦਿਆ ਸਿੱਖੇ ਉੱਥੇ ਗੁਰੂ ਨਾਲ ਵੀ ਜੁੜਿਆ ਰਹੇ। ਕੋਈ ਸਤਨਾਮ। ਪਰ ਮੈਂ ਤਾਂ ਕਈ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਕੁਝ ਲਿਖਾਵਾਂ ਜਾਂ ਪੰਜਾਬੀ 'ਚ ਨੰਬਰ ਲਿਖਾਈਏ ਤਾਂ ਕਹਿਣਗੇ ਨਾ ਇਹ ਨਹੀਂ ਸਾਨੂੰ ਆਉਂਦੇ, 1 2 3 'ਚ ਲਿਖਾਓ। ਕੋਈ ਸਤਨਾਮ।
ਹੁਣ ਜਿਹੜੇ ਬੱਚੇ ਬਚਪਨ ਤੋਂ 1 2 3 ਸਿੱਖੇ ਐ, ਊੜਾ ਆੜਾ ਉਹਨਾਂ ਨੂੰ ਸਿਖਾਇਆ ਨਹੀਂਗਾ, ਉਹ ਗੁਰੂ ਨਾਲ ਕਿਵੇਂ ਜੁੜਨਗੇ? ਕਹੋ ਸਤਨਾਮ। ਕਿੰਨਾ ਜ਼ਰੂਰੀ ਆ ਬੱਚੇ ਨੂੰ ਪੰਜਾਬੀ ਪੜ੍ਹਾਉਣੀ, ਗੁਰਮੁਖੀ ਪੜ੍ਹਾਉਣੀ। ਪੁਰਾਣੇ ਸਮਿਆਂ ਵਿੱਚ ਤਾਂ ਪੁਰਾਣੇ ਸਮਿਆਂ ਦੇ ਬੱਚੇ ਗੁਰੂ ਘਰ ਦੇ ਗ੍ਰੰਥੀ ਕੋਲੋਂ ਪੜ੍ਹਿਆ ਕਰਦੇ ਸਨ, ਔਰ ਗ੍ਰੰਥੀ ਉਹਨਾਂ ਚੀਜ਼ਾਂ ਦੇ ਅੱਖਰਾਂ ਨਾਲ ਹੀ ਪੜ੍ਹਾ ਦਿੰਦਾ ਸੀ। ਗੁਰਮਤ ਵਾਲਿਆਂ ਨਾਲ ਉਹਨੂੰ ਉਹਦੀ ਵੀ ਗਿਆਨ ਹੋ ਜਾਂਦਾ, ਖੱਖਾ ਖੰਡਾ, ਕੱਕਾ ਕਿਰਪਾਨ, ਊੜਾ, ਇੱਕ ਓਂਕਾਰ, ਇਸ ਤਰ੍ਹਾਂ ਕਰਕੇ। ਤਾਂ ਪਾਤਸ਼ਾਹ ਇਹ ਕਹਿ ਰਹੇ ਹਨ ਕਿ ਇੱਥੇ ਵੀ ਬੱਚਾ ਜਦ ਸਕੂਲੇ ਪਾਉਣਾ ਹੈ ਤੇ ਅਰਦਾਸ ਕਰੋ ਕਿ ਮਹਾਰਾਜ ਜਿੱਥੇ ਬੱਚਾ ਸੰਸਾਰੀ ਵਿਦਿਆ ਸਿੱਖੇ ਉੱਥੇ ਤੇਰੇ ਨਾਲ ਵੀ ਜੁੜਿਆ ਰਵੇ, ਤੇਰੇ ਚਰਨਾਂ ਨਾਲ ਵੀ ਜੁੜਿਆ ਰਹਿਣਾ ਚਾਹੀਦਾ ਹੈ। ਭਾਈ ਚਤੁਰੇ ਦਸ ਪ੍ਰਥਮ ਕੇ ਕਰ ਅਰਦਾਸ ਸੁਹੇਲ। ਇਸ ਤਰ੍ਹਾਂ ਇਹ 14 ਅਰਦਾਸਾਂ ਹੋਈਆਂ ਜੀ। ਸ੍ਰੀ ਮੁਖ ਵਾਕ 15ਵੀਂ ਸ਼ਸਤਰ ਧਾਲ ਸੇਲ, ਬਾਜੀ ਪੀਠ ਸੰਗ ਅਚਲ ਮੇਲ। ਔਰ ਹੁਣ ਬੱਚਾ ਤਕੜਾ ਹੋ ਗਿਆ ਹੈ, ਬੱਚੇ ਨੂੰ ਸਮੇਂ ਸਿਰ ਕਕਾਰ ਸ਼ਸਤਰ ਪਹਿਨਾ ਦੇਣੇ ਚਾਹੀਦੇ ਆ। ਪਰ ਆਪਾਂ ਤਾਂ ਬੁੱਢੇ ਹੋ ਕੇ ਵੀ ਹਜੇ ਸਲਾਹ ਨਹੀਂ ਕੀਤੀ ਅੰਮ੍ਰਿਤ ਛਕਣ ਦੀ। ਬੱਚਿਆਂ ਨੂੰ ਤਾਂ ਪਵਾਉਣੇ ਕੀ ਆ? ਕਹੋ ਸਤਨਾਮ। ਅਸੀਂ ਤਾਂ ਖੁਦ ਵੀ ਵੱਡੀ ਉਮਰ ਦੇ ਹੋ ਗਏ, ਹਜੇ ਸਲਾਹ ਨਹੀਂ ਕੀਤੀ ਕਕਾਰ ਪਹਿਨਣ ਦੀ। ਤੇ ਬਾਪੂ ਕੀ ਕਹਿੰਦਾ ਹੈਗਾ? ਕਹਿੰਦੇ 15ਵੀਂ ਅਰਦਾਸ ਉਦੋਂ ਵੀ ਕਰਨੀ ਚਾਹੀਦੀ ਆ ਜਦੋਂ ਬੱਚਾ ਸਿਆਣਾ ਹੋ ਜੇ, ਇਹਨੂੰ ਕਕਾਰ ਪਹਿਨਾ ਦਿਓ, ਗੁਰਸਿੱਖੀ ਦੇ ਵਿੱਚ ਪਾ ਦਿਓ। ਬਾਜੀ ਪੀਠ, ਜਦੋਂ ਬੱਚਾ ਘੋੜ ਸਵਾਰੀ ਕਰਦਾ ਹੈ ਤੇ ਉਦੋਂ ਵੀ ਅਰਦਾਸ ਕਰੋ, ਕਿਉਂਕਿ ਪਹਿਲਾਂ ਘੋੜੇ ਸਵਾਰੀਆਂ ਹੁੰਦੀਆਂ ਸੀ, ਅੱਜ ਕੱਲ੍ਹ ਗੱਡੀਆਂ ਤੇ ਨਵੀਆਂ ਗੱਡੀਆਂ ਲੈ ਕੇ ਆਪਾਂ ਅੱਜ ਵੀ ਗੁਰੂ ਘਰ ਆ ਕੇ ਅਰਦਾਸ ਕਰਾਉਂਦੇ ਆ। ਮਹਾਰਾਜ ਕਿਰਪਾ ਕਰਿਓ, ਇਹ ਨਵੀਂ ਮਸ਼ੀਨਰੀ ਲਿਆਂਦੀ ਹੈ, ਠੀਕ ਰਹੇ, ਅਸੀਂ ਵੀ ਠੀਕ ਰਹੀਏ। ਤੋਂ ਪਾਤਸ਼ਾਹ ਕਹਿੰਦੇ ਸਵਾਰੀ ਤੇ ਚੜ੍ਹਨ ਲੱਗਿਆਂ, ਘੋੜੇ ਤੇ ਚੜ੍ਹਨ ਲੱਗਿਆਂ ਵੀ ਅਰਦਾਸ ਕਰਨੀ ਚਾਹੀਏ ਜੀ। 16ਵੀਂ ਮ੍ਰਿਗ ਦੁਸ਼ਟ ਮੇਲ, ਹੋਏ ਸ਼ਸਤਰ ਪੇਲ। ਔਰ ਅਗਲੀ ਅਰਦਾਸ ਹੈ, ਜੇ ਸਿੰਘ ਜਕਾਰ ਖੇਡਣ ਚੱਲਿਆ ਹੈ ਤੇ ਉਦੋਂ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਜਾਵੇ ਕਿ ਜੇ ਮੇਰੇ ਰਸਤੇ ਵਿੱਚ ਕੋਈ ਸ਼ੇਰ ਬਘਿਆੜ ਵੀ ਆ ਗਿਆ ਤੇ ਮੈਂ ਉਹਨੂੰ ਝਟਕਾ ਸਕਾਂ ਜੀ। 17ਵੀਂ ਤਵ ਪ੍ਰਸਾਦ, ਦੁੱਖ ਦੂਰ ਸੁਖ ਆਦ। ਔਰ ਇੱਕ ਅਰਦਾਸ ਆਪਾਂ ਸਾਰੇ ਪ੍ਰਸ਼ਾਦਾ ਛਕਣ ਵੇਲੇ ਬੜੀ ਸੌਖੀ ਕਰ ਸਕਦੇ ਹਾਂ। ਹੁਣ ਅਰਦਾਸ ਦਾ ਮਤਲਬ ਇਹ ਨਹੀਂ ਕਿ ਜਿੱਦੀ ਆਪਾਂ ਸੁਬਾਹ ਸ਼ਾਮ ਇੱਥੇ ਕਰਦੇ ਹਾਂ ਓਡੀ ਕਰੀਏ। ਛੋਟੀ ਅਰਦਾਸ ਵੀ ਹੋ ਸਕਦੀ ਆ। ਹੁਣ ਇਹ ਛੋਟੀ ਜੀ ਅਰਦਾਸ ਹੈ, ਇਹ ਪ੍ਰਸ਼ਾਦਾ ਛਕਣ ਵੇਲੇ ਕਰਨੀ ਚਾਹੀਦੀ ਹੈ। ਤਾਂ ਪ੍ਰਸਾਦ ਭਰਮ ਕਾ ਨਾਸ, ਕਹੋ ਸਤਨਾਮ। ਇਹ ਅਰਦਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਸਿੱਖਾਂ ਨੂੰ ਦੱਸੀ ਸੀ ਜਦੋਂ ਮਾਛੀਵਾੜੇ ਦੇ ਜੰਗਲਾਂ ਚੋਂ ਬਾਹਰ ਨਿਕਲੇ ਸਨ, ਔਰ ਮਾਛੀਵਾੜੇ ਦੇ ਬਾਹਰਲੇ ਪਾਸੇ ਘੇਰਾ ਪਾਇਆ ਹੋਇਆ ਸੀ ਮੁਗਲਾਂ ਨੇ। ਪਤਾ ਲੱਗਿਆ ਸੀ ਕਿ ਚਮਕੌਰ ਸਾਹਿਬ ਤੋਂ ਬਾਅਦ ਗੁਰੂ ਸਾਹਿਬ ਮਾਛੀਵਾੜੇ ਕੰਨੀ ਆਏ ਹੈ, ਇੱਥੇ ਮਾਛੀਵਾੜੇ ਕਿਸੇ ਦੇ ਘਰੇ ਹੋਣਗੇ ਜਾਂ ਨਿਕਲਣਗੇ, ਉਹਨਾਂ ਨੂੰ ਫੜ ਲਈਏ ਅਸੀਂ। ਪਰ ਗਣੀ ਖਾਂ ਨਬੀ ਖਾਂ ਉਹਨਾਂ ਨੂੰ ਪਤਾ ਲੱਗਿਆ ਵੀ ਘੇਰਾ ਪਿਆ ਹੋਇਆ ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਪਛਾਣ ਲੈਣਾ, ਤੇ ਉਹਨਾਂ ਨੇ ਫਿਰ ਜੁਗਤ ਵਰਤਾਈ। ਮਹਾਰਾਜ ਜੀ ਇੱਥੋਂ ਨਿਕਲਣ ਵਾਸਤੇ ਇੱਕ ਜੁਗਤੀ ਵਰਤੀਏ ਹੁਣ ਆਪਾਂ। ਕਹਿੰਦੇ ਕੀ? ਕਹਿੰਦੇ ਉੱਚ ਦਾ ਪੀਰ, ਤੁਸੀਂ ਤਾਂ ਪੀਰਾਂ ਦੇ ਪੀਰ ਹੋ, ਅਸੀਂ ਤੁਹਾਨੂੰ ਉੱਚ ਦਾ ਪੀਰ ਬਣਾ ਕੇ ਲਿਜਾਵਾਂਗੇ। ਕਹਿੰਦੇ ਠੀਕ ਆ, ਕੀ ਕਰਨਾ ਪਊਗਾ? ਮਹਾਰਾਜ ਨੀਲੇ ਵਸਤਰ ਪਹਿਨਣੇ ਪੈਣਗੇ। ਉੱਚ ਵੈਸੇ ਪਿੰਡ ਆ, ਲੁਧਿਆਣੇ ਦੇ ਵਿੱਚ ਪੈਂਦਾ ਹੈ, ਮਾਛੀਵਾੜੇ ਦੇ ਨੇੜੇ ਪੈਂਦਾ ਉੱਚ ਪਿੰਡ। ਉੱਚ ਪਿੰਡ ਦਾ ਪੀਰ ਤੇ ਉੱਚ ਦਾ ਪੀਰ, ਪੀਰਾਂ ਦਾ ਪੀਰ, ਵੱਡਾ ਪੀਰ, ਕਹੋ ਸਤਨਾਮ। ਇਹ ਸ਼ਬਦ ਦੋਨੇ ਪਾਸੇ ਲੱਗ ਜਾਂਦਾ। ਕਹਿੰਦੇ ਤੁਸੀਂ ਬੈਠੋ ਪਲੰਘੇ ਤੇ ਨੀਲੇ ਵਸਤਰ ਪਹਿਨ ਕੇ, ਔਰ ਅਸੀਂ 4 ਜਣੇ ਮੰਜਾ ਚੱਕਾਂਗੇ। ਸਾਡੀ ਇਹ ਸੁਭਾਅ ਹੈ, ਜਦੋਂ ਕੋਈ ਪੀਰ ਪ੍ਰਚਾਰ ਕਰਨ ਆਉਂਦਾ ਪਿੰਡ ਦੇ ਵਿੱਚ, ਜਦੋਂ ਅਗਲੇ ਪਿੰਡ ਜਾਣਾ ਹੁੰਦਾ ਤੇ ਉਹ ਪਿੰਡ ਵਾਲੇ 5 ਬੰਦੇ ਉਹਨਾਂ ਨੂੰ ਅੱਗੇ ਛੱਡ ਕੇ ਆਉਂਦੇ ਆ, ਫਿਰ ਉਹ ਪਿੰਡ ਵਾਲੇ ਅੱਗੇ ਛੱਡੇ ਆਉਂਦੇ ਆ ਮੰਜੇ ਤੇ ਬਿਠਾ ਕੇ। ਕਹੋ ਸਤਨਾਮ। ਠੀਕ ਹੈ ਭਾਈ। ਫਿਰ ਨੀਲੇ ਵਸਤਰ, ਹੁਣ ਕਹਿੰਦੇ ਜੀ ਨੀਲੇ ਵਸਤਰ ਕਿੱਥੋਂ ਲਈਏ? ਕਹਿੰਦੇ ਇੱਥੇ ਇੱਕ ਮਾਤਾ ਹੈ ਜਿਹੜੀ ਸਾਨੂੰ ਹਰ ਸਾਲ ਚੋਲੇ ਦਾ ਕੱਪੜਾ ਤਿਆਰ ਕਰਕੇ ਦਿੰਦੀ ਆ। ਉਹਦੇ ਕੋਲ ਕੱਪੜਾ ਮੇਰਾ ਤਿਆਰ ਹੋਇਆ ਪਿਆ, ਉਹਨੂੰ ਬੁਲਾਓ। ਉਹ ਵੀ ਅਰਦਾਸਾਂ ਕਰਦੀ ਸੀ ਕਿ ਮਹਾਰਾਜ ਮੈਂ ਹੋ ਗਈ ਬੁੱਢੀ, ਹੁਣ ਮੈਂ ਇੱਥੋਂ ਆਇਆ ਨਹੀਂ ਜਾਂਦਾ ਤੇ ਆਪਣਾ ਚੋਲਾ ਆਪ ਹੀ ਆ ਕੇ ਲੈ ਲਓ। ਕਹੋ ਸਤਨਾਮ। ਮਾਛੀਵਾੜੇ ਦੇ ਵਿੱਚੋਂ ਉਸ ਮਾਤਾ ਨੂੰ ਸੁਨੇਹਾ ਦਿੱਤਾ ਗਿਆ, ਬੁਲਾਇਆ ਗਿਆ। ਮਾਈ ਵੀ ਬੜੀ ਖੁਸ਼ ਹੋਈ, ਵਸਤਰ ਲੈ ਆਈ। ਕਹਿੰਦੇ ਦਰਜੀ ਬੁਲਾਇਆ ਗਿਆ, ਤੁਰੰਤ ਹੀ ਚੋਲਾ ਤਿਆਰ ਕੀਤਾ ਗਿਆ। ਉਹ ਹੁਣ ਨਵਾਂ ਸੀਗਾ, ਕੋਰੇ ਖੱਦਰ ਦਾ, ਚਿੱਟੇ ਦਾ। ਕਹਿੰਦੇ ਵੀ ਹੁਣ ਨੀਲਾ ਕਰਨਾ, ਲਲਾਰੀ ਕੋਲ ਜਾਓ। ਲਲਾਰੀ ਕੋਲ ਗਏ ਸਿੰਘ,
ਕਹਿਣ ਲੱਗੇ ਵੀ ਇਸ ਨੂੰ ਨੀਲਾ ਰੰਗ ਕਰ ਦਿਓ। ਉਹ ਕਹਿਣ ਲੱਗਿਆ ਮੇਰੇ ਤਾਂ ਰੰਗ ਹੀ ਮੁੱਕੇ ਪਏ ਆ, ਹਫਤਾ ਲੱਗ ਜਾਂਦਾ ਜਦ ਰੰਗ ਤਿਆਰ ਕਰਦੇ ਹਾਂ ਅਸੀਂ। ਉਹ ਆ ਕੇ ਕਹਿੰਦੇ ਉਹਨਾਂ ਕੋਲੇ ਤਾਂ ਰੰਗ ਹੀ ਮੁੱਕਿਆ ਹੋਇਆ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕਹੋ ਯਾਰ ਤੁਸੀਂ ਰੰਗ ਵਾਲੇ ਮੱਟ 'ਚ ਪਾ ਕੇ ਕੱਢ ਲਓ, ਆਪੇ ਹੋ ਜਾਊਗਾ। ਕਿਰਪਾ ਗੁਰੂ ਨੇ ਵਰਤਾਉਣੀ ਸੀ। ਕਹਿੰਦੀ ਦੁਬਾਰਾ ਗਏ, ਉਹਨਾਂ ਨੇ ਗੱਲ ਮੰਨ ਕੇ ਉਹ ਚੋਲੇ ਨੂੰ ਮੱਟ 'ਚ ਪਾਇਆ ਤੇ ਬਾਹਰ ਖਿੱਚਿਆ, ਉਹ ਨੀਲੇ ਰੰਗ ਦਾ ਹੋ ਗਿਆ। ਕੋ ਸਤਨਾਮ। ਚੋਲਾ ਲੈ ਕੇ ਆ ਗਏ ਤੇ ਉਹ ਲਲਾਰੀ ਵੀ ਹੈਰਾਨ, ਮੈਂ ਰੰਗ ਤਾਂ ਮੁੱਕਿਆ ਪਿਆ ਸੀ ਤੇ ਕਿੱਥੋਂ ਹੋ ਗਿਆ। ਪਾਤਸ਼ਾਹ ਕੋਲ ਆਏ, ਮਾਰੇ ਬੜੀ ਕਿਰਪਾ ਕੀਤੀ, ਸਾਡੇ ਤਾਂ ਘਰੇ ਬੜੀ ਗਰੀਬੀ ਹੈ, ਤਾਂ ਰੰਗ ਹਫ਼ਤੇ ਬਾਅਦ ਮੁੱਕ ਜਾਂਦਾ, ਫਿਰ ਦੁਬਾਰੇ ਪਕਾਉਣਾ ਪੈਂਦਾ, ਹਫ਼ਤਾ ਫਿਰ ਲੱਗ ਜਾਂਦਾ। ਮਹਾਰਾਜ ਕਹਿੰਦੇ ਉਹਨੇ ਮੱਟ ਦਾ ਰੰਗ ਨਹੀਂ ਮੁੱਕੂਗਾ, ਪਰ ਇੰਨੀ ਕਿਰਪਾ ਕਰਿਓ ਕਿ ਇਹਦੇ ਵਿੱਚ ਝਾਕਿਓ ਨਾ, ਇਹਨੂੰ ਮੂਧਾ ਨਾ ਮਾਰ ਕੇ ਦੇਖਣ ਲੱਗ ਜਾਓ ਇਹਦੇ ਵਿੱਚ ਕੀ ਹੈਗਾ। ਕਹੋ ਸਤਿਨਾਮ। ਇਹ ਵੀ ਕਿਰਪਾ ਹੀ ਆ ਪਰਮੇਸ਼ਰ ਦੀ। ਤੇ 2-3 ਕੁੱਲਾਂ ਉਹਨਾਂ ਦੀਆਂ ਉਹ ਮੱਟ ਰੰਗ ਦਾ ਰਿਹਾ ਤੇ ਕੰਮ ਚੱਲਦਾ ਰਿਹਾ। ਫਿਰ ਇੱਕ ਸਿਆਣੀ ਜੀ ਨੂੰਹ ਆ ਗਈ ਅੱਗੇ ਚੱਲ ਕੇ, ਉਹ ਸੋਚਦੀ ਆ ਸਾਡੇ ਤਾਂ ਰੰਗ ਮੁੱਕਿਆ ਹੀ ਰਹਿੰਦਾ, ਇਹਨਾਂ ਦੇ ਕਦੇ ਮੈਂ ਬਣਾਉਂਦੀ ਨਹੀਂ ਵੇਖਿਆ। ਉਸ ਨੇ ਉਹ 'ਚ ਹੱਥ ਮਾਰ ਕੇ ਵੇਖਿਆ, ਸਮਾਰ ਕੇ ਦੇਖਿਆ, ਉਹ ਤਾਂ ਕਿਰਪਾ ਹੀ ਸੀਗੀ, ਉੱਡ ਗਈ। ਕੋ ਸਤਿਨਾਮ। ਪਾਤਸ਼ਾਹ ਦਾ ਵਚਨ ਟੱਪ ਗਿਆ। ਇਸ ਕਰਕੇ ਗੁਰੂ ਪਿਆਰੋ ਮਾਟੀ ਵੀ ਹਜੇ ਵੀ ਮਾਛੀ ਵਾਲੇ ਪਿਆ। ਨੀਲਾ ਚੋਲਾ ਪਹਿਨ ਕੇ ਮੰਜੇ ਤੇ ਬੈਠ ਗਏ। ਗਣੀ ਖਾਂ ਨਬੀ ਖਾਂ ਨੇ ਅਗਲੇ ਪਾਵਿਆਂ ਕੋਲੋਂ ਚੱਕ ਲਿਆ, 2 ਸਿੰਘਾਂ ਨੇ ਪਿਛਲੇ ਪਾਵਿਆਂ ਤੋਂ ਚੱਕ ਲਿਆ, ਤੇ ਇੱਕ ਸਿੰਘ ਦੇ ਕੋਲ ਚੌਰ ਸਾਹਿਬ ਆ ਪਿੱਛੇ ਆ, ਤੇ ਪਾਤਸ਼ਾਹ ਨੇ ਕੇਸ ਪਿੱਛੇ ਛੱਡ ਕੇ ਉੱਥੇ ਕੇਸਕੀ ਬੰਨ੍ਹ ਲਈ। ਤੇ ਜਦੋਂ ਪਹੁੰਚੇ ਗੁਰੂ ਪਿਆਰੋ ਮਾਛੀ ਦੇ ਬਾਹਰ ਜਿੱਥੇ ਘੇਰਾ ਪਾਈ ਬੈਠੇ ਸੀਗੇ, ਉਹ ਕਹਿੰਦੇ ਵੀ ਇਹ ਕੌਣ ਜਾ ਰਿਹਾ ਮੰਜੇ ਤੇ। ਗਣੀ ਖਾਂ ਨਬੀ ਖਾਂ ਮੂਹਰੇ ਸੀ, ਕਹਿੰਦੇ ਉੱਚ ਦੇ ਪੀਰ ਆ, ਉੱਚ ਦੇ ਪੀਰ ਆ। ਉੱਚ ਪਿੰਡ ਸੀ ਨਾਲ ਹੀ। ਕਹਿੰਦੇ ਸ਼ਨਾਖਤ ਕਰਾਓ। ਕਹਿੰਦੇ ਜੀ ਸੱਦ ਲਓ, ਕਾਜੀ ਨੂੰ ਸੱਦ ਲਓ। ਹੁਣ ਇਹ ਕਾਜੀ 10ਵੇਂ ਪਾਤਸ਼ਾਹ ਜੀ ਦਾ ਮਿੱਤਰ ਸੀ, ਇਹਨਾਂ ਕੋਲ ਆਉਂਦਾ ਜਾਂਦਾ ਸੀ ਪਹਿਲਾਂ ਵੀ। ਕਹੋ ਸਤਿਨਾਮ। ਜਦੋਂ ਕਾਜੀ ਕੋਲੋਂ ਸ਼ਨਾਖਤ ਕਰਾਈ, ਬਈ ਇਹ ਉੱਚ ਦੇ ਪੀਰ ਹੈ। ਕਹਿੰਦੇ ਜੀ ਉੱਚ ਦੇ ਪੀਰ, ਇਹ ਤਾਂ ਪੀਰਾਂ ਦੇ ਪੀਰ ਹੈ, ਤੁਸੀਂ ਇਹਨਾਂ ਨੂੰ ਕਿਉਂ ਰੋਕ ਲਿਆ, ਇਹਨਾਂ ਨੂੰ ਜਾਣ ਦਿਓ। ਕਹਿੰਦੇ ਵਾਕਿਆ ਪੱਕੀ ਗੱਲ ਹੈ। ਕਹਿੰਦੇ ਹਾਂ ਜੀ ਇਹ ਉੱਚ ਦੇ ਪੀਰ ਹੀ ਹਨ। ਕਹਿੰਦੇ ਜੇ ਪੀਰ ਆ ਫਿਰ ਸਾਡਾ ਲੰਗਰ ਛਕ ਕੇ ਜਾਣ। ਹੁਣ ਲੰਗਰ ਦੇ ਵਿੱਚ ਮੁਗਲਾਂ ਨੇ ਗੁਰੂ ਪਿਆਰੇ ਮਾਸ ਵੀ ਬਣਾਇਆ, ਸਿਪਾਹੀਆਂ ਨੇ, ਫੌਜੀਆਂ ਨੇ। ਪਾਤਸ਼ਾਹ ਦੇ ਕਹਿਣ ਲੱਗੇ ਇਹ ਸਾਡੇ ਤਾਂ ਰੋਜ਼ੇ ਰੱਖੇ ਆ, ਐ ਕਹਿ ਦਿਓ। ਗਣੀ ਖਾਂ ਨਬੀ ਖਾਂ ਕਹਿੰਦੇ ਵੀ ਇਹਨਾਂ ਦੇ ਰੋਜ਼ੇ ਰੱਖੇ ਹੋਏ ਆ, ਇਹ ਤਾਂ ਸ਼ਾਮਾਂ ਨੂੰ ਖਾਂਦੇ ਆ, ਤੇ ਤੁਸੀਂ ਤਾਂ ਆ ਜਾਓ। ਕਹਿੰਦੇ ਅਸੀਂ ਜਾ ਵੜਦੇ ਹਾਂ। ਜੋ ਜਾਣ ਲੱਗੇ, ਉਹ ਸਿੰਘ ਕਹਿਣ ਲੱਗੇ ਜੀ ਜੇ ਇਹਨਾਂ ਨੇ ਮਾਸ ਬਣਾਇਆ ਫਿਰ ਕਿਵੇਂ ਕਰੀਏ। ਕਹਿੰਦੇ ਸ੍ਰੀ ਸਾਹਿਬ ਵਿੱਚ ਫੇਰ ਕੇ ਨਾ ਪ੍ਰਸ਼ਾਦੇ ਦੇ, ਭੋਜਨ ਦੇ, ਸਬਜ਼ੀ ਦੇ ਕਹਿ ਦਿਓ ਤਾ ਪ੍ਰਸਾਦ ਭਰਮ ਕਾ ਨਾਸ, ਤੇ ਛਕ ਲਿਓ, ਪ੍ਰਸ਼ਾਦ ਹੀ ਬਣ ਜਾਣਾ। 7 ਵਚਨ ਜੀ ਉਹ ਚਲੇ ਗਏ ਉੱਧਰ। ਤੇ ਜਾਣ ਤੋਂ ਬਾਅਦ ਗੁਰੂ ਪਿਆਰਿਓ ਜਦੋਂ ਉਹਨਾਂ ਨੇ ਛਕਾਇਆ, ਇਸ ਕਰਕੇ ਛਕ ਲਿਆ। ਕਹਿੰਦੇ ਜੀ ਪੀਰ ਜੀ ਦਾ, ਕਹਿੰਦੇ ਪੀਰ ਦਾ ਕਿਸੇ ਬਰਤਨ 'ਚ ਪਾ ਦਿਓ, ਗਾਹ ਛਕ ਲੈਣਗੇ ਸ਼ਾਮਾਂ ਨੂੰ। ਕਹੋ ਸਤਿਨਾਮ। ਬਰਤਨ 'ਚ ਪਾ ਕੇ ਨਾਲ ਲੈ ਲਿਆ, ਤੇ ਗਾਹ ਜਾ ਕੇ ਫਿਰ ਸਿੰਘ ਇਹਨਾਂ ਘੇਰੇ 'ਚੋਂ ਗਾਹ ਟੱਪ ਗਏ। ਗਾਹ ਜਾ ਕੇ ਫਿਰ ਪੁੱਛਦੇ ਆ ਵੀ ਮਹਾਰਾਜ ਤੁਹਾਡਾ ਬਚਨ ਜਿਹੜਾ ਸੀਗਾ ਇਹਦਾ ਕੀ ਫਾਇਦਾ। ਤਾਂ ਪ੍ਰਸਾਦ ਕਹਿੰਦੇ ਇਹ ਪ੍ਰਸ਼ਾਦ ਬਣ ਜਾਂਦਾ, ਤੁਹਾਨੂੰ ਕੋਈ ਪਾਪ ਨਹੀਂ ਲੱਗਦਾ, ਫਿਰ ਇਸ ਵਿਸ਼ੇ 'ਤੇ ਕੋਈ ਪਾਪ ਨਹੀਂ ਹੈਗਾ, ਕਿਉਂਕਿ ਉਹ ਮਾਸ ਗਾਂ ਦਾ ਬਣਾਉਂਦੀ ਹੈ ਲਗਭਗ ਮੁਸਲਮਾਨ ਲੋਕ, ਔਰ ਇਹ ਕੁੱਠਾ ਕਰਕੇ ਬਣਾਉਂਦੇ ਆ, ਹੌਲੀ ਹੌਲੀ ਆਪਦੇ ਮੰਤਰ ਪੜ੍ਹ ਕੇ। ਉਸ ਮੰਤਰ ਦਾ ਅਸਰ ਹੀ ਖਤਮ ਹੋ ਜਾਂਦਾ ਹੈ। ਤੰਤ ਮੰਤ ਨਾ ਜੋ ਹੀ ਤਿਤ ਚਾਖ ਨਾ ਲੱਗੇ। ਤਾਂ ਗੁਰੂ ਪਿਆਰਿਓ ਉਹ ਕਹਿੰਦੇ ਜੀ ਕਰਕੇ ਦਿਖਾਓ, ਤੇ ਪਾਤਸ਼ਾਹ ਜੀ ਨੇ ਪ੍ਰਤੱਖ ਦੇ ਵਿੱਚ ਹੀ ਉਹਨਾਂ ਨੂੰ ਉਹ ਜਿਹੜਾ ਕੋਲੇ ਸੀ ਉਹਨਾਂ ਨੇ ਉਹ ਬਣਾ ਕੇ ਦਿਖਾ ਦਿੱਤਾ। ਇਸ ਕਰਕੇ ਜਿਸ ਵੇਲੇ ਇਹਨਾਂ ਸਿੱਖਾਂ ਨੇ ਉਸ ਤਲਵਾਰ ਨੂੰ ਫੇਰਿਆ ਨਾ ਸ੍ਰੀ ਸਾਹਿਬ ਨੂੰ, ਕਹਿੰਦੇ ਪ੍ਰਸ਼ਾਦੇ ਦੇ ਵਿੱਚ ਭੋਜਨ 'ਚ, ਕਹਿੰਦੇ ਉਹ ਲਾਂਗਰੀਆਂ ਨੇ ਪੁੱਛਿਆ ਵੀ ਇਹ ਕੀ ਕਰਦੇ ਹੋ। ਤੇ ਉਹ ਗਣੀ ਖਾਂ ਨਬੀ ਖਾਂ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਕੀ ਕਰਦੇ ਆ। ਨਾ ਸਾਨੂੰ ਨਹੀਂ ਪਤਾ। ਕਹਿੰਦੇ ਮੱਕੇ ਤੋਂ ਹੁਣੇ ਹੀ ਹੁਕਮ ਆਇਆ ਪਿਛਲੇ ਦਿਨੀ, ਬਈ ਜਦੋਂ ਵੀ ਕੁਛ ਖਾਣਾ ਵਿੱਚ ਕਰਦ ਫੇਰ ਕੇ ਖਾਣਾ। ਕਹੋ ਸਤਿਨਾਮ। ਇਹ ਤਲਵਾਰ ਨੂੰ ਸ੍ਰੀ ਸਾਹਿਬ ਨੂੰ ਛੋਟੀ ਕਰਦ ਕਹਿ ਦਿੰਦੇ ਆ, ਪਰ ਅਸੀਂ ਸ੍ਰੀ ਸਾਹਿਬ ਕਹਿੰਦੇ ਆ। ਕਹਿੰਦੇ ਉੱਤੋਂ ਹੁਕਮ ਆਇਆ ਸਾਰਾ। ਉਸ ਦਿਨ ਤੋਂ ਬਾਅਦ ਫਿਰ ਗੁਰਦੁਆਰਾ ਜਿਹੜਾ ਹੈ ਕੱਢ ਸਾਹਿਬ ਭਾਵ ਸ੍ਰੀ ਸਾਹਿਬ, ਇਹ ਵੀ ਉੱਥੇ ਬਣਿਆ ਹੋਇਆ ਹੈ ਮਾਛੀਵਾੜੇ ਦੇ ਵਿੱਚ। ਤਾਂ ਇਹ ਬਹੁਤ ਸੁੰਦਰ ਅਰਦਾਸ ਹੈ। ਤਾਂ ਪ੍ਰਸਾਦ ਭਰਮ ਕਾ ਨਾਸ, ਪ੍ਰਸ਼ਾਦੇ ਦੀ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਤੋਂ ਪਹਿਲਾਂ
इन्ना बचन करया करो जी। 18वीं आज्ञा का संजोग बदे काया घटे रोग। 18वीं अरदास है जदों कोई बीमारी होवे, किसी तरह का रोग आ गया, संजोग कर्मां दे आ, देही नूं कर्मां दे रोग आउंदे आ, संजोग विजोग बेकार चलावे, किसी कारण कोई रोग आ गया है तो उस नूं खत्म करने वास्ते भी जिहड़ा है सानू अरदास भी करनी चाहिए है। दवाई दे नाल नाल वैदा संदा संग इकट्ठा होया, वैद आ गया, दवाइयां दा बैग लैके आ गया, पिछले कई दिनों तो बीमारी नहीं हट रही, दवाइयां बदल बदल के देख रहे है, अखीर डॉक्टर दे वैदां दे हथ खड़े हो जाते हैं, भाई तुसी आपदे वड्डियां वडेरियां नूं ध्या लो, मेरी दवाई लग नहीं रही। सियाणे डॉक्टर कह दिंदे आ, कोई सतनाम ते साडे तां वड्डे वडेरे गुरु साहब ही आ, होर कौन है, असीं तां फिर अरदास ही करनी आ। ते भगतां दा इह बचन है, वैदा संदा संग इकट्ठा होया, औखद आए रास विच आप खलोया। जदों परमेश्वर का नाम लिया जाता फिर दवाई लग जाती आ, कारण कि नाम दे मूहरे पाप सड़ जाते हैं, तो पापा ने बीमारी पैदा की आ, जब पाप सड़ के समझो दवाई लग गई। को सतनाम औखद आए रास विच आप खलोया, जो जो उन्हां कर्म, जो जो उन्होंने माड़े कर्म सी सुकर्म होए पसरिया, वो अगे टप गए। दुख रोग सा पाप तन ते खिसरिया, दुख रोग पाप धन तो भज गए, पाप भज गया, बीज भज गया, तो मूल पट्टिया गया, तो पत्ते भी झड़ गए। ये जिहड़ियां बीमारियां पत्ते है, तो बीज इन्हां दा पाप है, मुढ़ इन्हां दा पाप है, माड़े कर्म हन। को सतनाम जिन्हां दा फल सानू दुखां दे रूप च भोगना पैंदा। ਇਹ ਸੀ 8ਵੀਂ ਅਰਦਾਸ। ਜਦੋਂ ਕਿਸੇ ਤਰ੍ਹਾਂ ਦੀ ਬਿਮਾਰੀ ਆਵੇ ਸਿੱਖ ਨੂੰ ਉਦੋਂ ਵੀ ਅਰਦਾਸ ਕਰਨੀ ਚਾਹੀਏ। ਅੱਗੇ ਕਾਫੀ ਅਰਦਾਸਾਂ ਹਨ, ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व में गुणतास, हे संगी हे निरंकार हे निर्गुण सब टेक, हे गोबिंद हे गुण निधान जाके सदा विवेक, हे अपरंपर हर हरे हो बनहार, हे संत कै सदा संग आधार, हे ठाकुर हों दासरो निर्गुण गुण नहीं कोई, नानक दीजै नाम दान ये परोए, आए प्रभ शरणागति निध दयाल, एक अखर हर मन बसत निहाल, एक ओंकारा सतगुरु प्रसाद सच हुए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा वाहिगुरु जी की फतेह। बहुत बहुत धन्यवाद। सो संगत ने हाजरियां भरियां गुरु जी सरवण किया, पातशाह खुशे बख्शन। आओ कीर्तन का समा हो रहा, कीर्तन सरवण करिए जी। वला फतेह पाओ फतेह। वाहिगुरु जी का खालसा वाहिगुरु जी की फतेह।